ਜਿਸਨੂੰ ਮਤਿ ਆਵੇ ਸੋ ਸਤਿਗੁਰ ਮਾਹੀ ਸਮਾਨਾ। ਇਹ ਬਾਣੀ ਜੋ ਜੀਉ ਜਾਣੈ ਇਸ ਅੰਤਰ ਰਵੈ ਹਰਿ ਨਾਮਾ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਗੌੜੀ ਗੁਆਰੇਰੀ ਮਹਿਲਾ ਪੰਜਵਾਂ ਵਿਆਪਤ ਹਰਖ ਸੋਗ ਵਿਸਥਾਰ। ਵਿਆਪਤ ਸੁਰਗ ਨਰਕ ਅਵਤਾਰ। ਵਿਆਪਤ ਧਨ ਨਿਰਧਨ ਭੇਖ ਸ਼ੋਭਾ। ਮੂਲ ਬਿਆਦੀ ਵਿਆਪਸ ਲੋਭ। ਮਾਇਆ ਵਿਆਪਤ ਬਹੁ ਪ੍ਰਕਾਰੀ। ਸੰਤ ਜੀਵੈ ਪ੍ਰਭ ਓਟ ਤੁਮਾਰੀ। ਰਹਾਉ ਵਿਆਪਤ ਅਹੰਗ ਬੁੱਧ ਕਾ ਮਾਤਾ। ਵਿਆਪਤ ਪੁੱਤਰ ਕਲਤਰ ਸੰਗ ਰਾਤਾ। ਵਿਆਪਤ ਹਸਤ ਘੋੜੇ ਅਰ ਬਸਤਾ। ਵਿਆਪਤ ਰੂਪ ਜੋਬਨ ਮਦ ਮਸਤਾ। ਵਿਆਪਤ ਭੂਮ ਰੰਕ ਅਰ ਰੰਗਾ।
व्यापत गीत नाद सुन संगम, व्यापत सेज महल श्रृंगार, पंच दूत व्यापत अंधकार, व्यापत कर्म करे फांसा, व्यापत गृहस्थ व्यापत उदास, आचार व्यवहार व्यापत एह जात, सब किछ व्यापत बिन हर रंग रात, संतन के बंधन काटे हर राय, ताको कहाँ व्याप माय, कहो नानक जिन दूर संत पाई, ताक निकट ना आवे माई, कहो नानक जिन दूर संत पाई, ताक निकट ना आवे माई। वाहिगुरु जी का खालसा, वाहिगुरु जी की फतेह। ये पावन शब्द जो गौड़ी ग्वारेरी राग अंदर पंजवें पातशाह गुरु अर्जन देव महाराज जी दे पवित्र मुख तो उच्चारण होया 181 182 अंग ते दर्ज है। इस शब्द की विचार सिंह साहिब प्रोफैसर मनजीत सिंह जी साबका जथेदार श्री अकाल तखत साहिब आप जी नूं सरवण करवाउणगे। 2 दिन का आप जी का समा है साडे पास। अमृत का बाटा हर ऐतवार 11 बजे तैयार हुंदा है। गुरु घर की सेवा दे विच गुरु के लंगरां वास्ते रसद गुरु के लंगरां वास्ते रसद कड़ा प्रसाद की देग वास्ते देसी घ्यो बाला साहब हॉस्पिटल वास्ते कोई भी सेवा आप जी भेज सकते हो। इमारत की सेवा जथेदार बाबा बचन सिंह जी करवा रहे हैं। गुरुद्वारा रकाबगंज साहब संप्रदायकार सेवा पूरी वाले बाबा कश्मीर सिंह जी सेवा करवा रहे हैं। इन्हां सेवावां विच अपना हिस्सा पाओ। घरां विच पंजाबी बोलिया करो, बच्चों नूं गुरमुखी पढ़ाओ ताकि साडे बच्चे गुरु ग्रंथ साहब महाराज जी दे चरनी लग सकन। हड़ पीड़ितां वास्ते निशान साहब दे कोल विशेष काउंटर बनिया है। आप जी माया दे के
ਲੰਗਰ ਵਾਸਤੇ ਰਸਦ ਦੇ ਕੇ ਸੇਵਾ ਕਰ ਸਕਦੇ ਹੋ। ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਦਾ ਸਮਾਂ ਕੱਲ੍ਹ 27 ਤਰੀਕ ਸ਼ਾਮ ਤੋਂ ਤਬਦੀਲ ਹੋਏਗਾ 15 ਮਿੰਟ ਪਹਿਲਾਂ, ਕਿਉਂਕਿ ਸਮੇਂ ਦੀ ਤਬਦੀਲੀ ਹੋ ਰਹੀ ਹੈ। 6:45 ਵਜੇ ਪਾਠ ਦੀ ਆਰੰਭਤਾ ਹੋਏਗੀ। 30 ਤਰੀਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਪੂਰਨਤਾ ਦਿਵਸ ਹੈ। ਅਗਲੇ ਸਮੇਂ ਵਾਸਤੇ ਗੁਰਬਾਣੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਮੈਂ ਨਾਹੀਂ ਕਛੁ ਨਹੀਂ ਕਿਛ ਆਹ ਨਾ ਮੋਰਾ ਅਵਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ। ਜਗਤ ਜੋਤ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਜੁੜ ਬੈਠੇ ਸਮੂਹ ਗੁਰਮੁਖ ਪਿਆਰੇ ਸਤਸੰਗੀ ਜਨੋਂ, ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਗੁਰਫਤਿਹ ਸਾਂਝੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਨੰਤ ਰਹਿਮਤਾਂ ਬਰਕਤਾਂ ਦੇ ਬਖਸ਼ਣਹਾਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਦਰਸ਼ਨ ਦੀਦਾਰੇ ਬਖਸ਼ ਕੇ ਸਾਨੂੰ ਗੁਰੂ ਕੇ ਕਹਾਉਣ ਵਾਲਿਆਂ ਨੂੰ ਉਦਮ ਬਖਸ਼ਿਸ਼ ਕੀਤਾ, ਹਾਜ਼ਰੀਆਂ ਭਰਵਾਈਆਂ। ਚੱਲ ਰਹੀ ਗੁਰ ਸ਼ਬਦ ਦੀ ਲੜੀਵਾਰ ਵਿਚਾਰ ਵਿੱਚ ਅੱਜ ਜੋ ਪਾਵਨ ਸ਼ਬਦ ਸਾਨੂੰ ਗੁਰੂ ਦਰ 'ਤੇ ਆਇਆਂ ਨੂੰ ਬਖਸ਼ਿਸ਼ ਹੋਇਆ, ਗੁਰੂ ਸਵਾਰੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਹੋਰੀ ਦੱਸ ਰਹੇ ਸੀ। ਪੰਚਮ ਗੁਰੂਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਵਨ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਅਤੇ ਉਹਨਾਂ ਦੁਆਰਾ ਹੀ ਗੌੜੀ ਦੀ ਗੌਰਰੀ ਪ੍ਰਕਾਰ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਸੰਗ੍ਰਹਿਤ ਕੀਤਾ ਗਿਆ। ਆਪਣੇ ਇਸ ਅੰਮ੍ਰਿਤ ਬਚਨ ਦੇ ਰਾਹੀਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਜੋ ਉਪਦੇਸ਼ ਸਾਨੂੰ ਗੁਰੂ ਕੇ ਕਹਾਉਣ ਵਾਲਿਆਂ ਨੂੰ ਬਖਸ਼ਿਸ਼ ਕੀਤਾ, ਇਹਦੇ ਵਿੱਚ ਮਹਾਰਾਜ ਸਾਨੂੰ ਸਮਝਾਉਂਦੇ ਨੇ ਇਹ ਮਨੁੱਖੀ ਸਮਾਜ, ਅਸੀਂ ਮਨੁੱਖ ਕਹਾਉਣ ਵਾਲੇ ਜਦੋਂ ਵਿਚਰਦੇ ਹਾਂ ਇਸ ਮਨੁੱਖਾਂ ਦੇ ਸਮੂਹ ਵਿੱਚ, ਤਾਂ ਦੋ ਰੂਪ ਸਾਡੇ ਮਹਾਰਾਜ ਨੇ ਵੇਖੇ ਨੇ, ਜਿਹੜੇ ਬਿਆਨੀ ਵਿੱਚ ਬਿਆਨ ਕੀਤੇ ਹੈ। ਇੱਕ ਉਹ ਜਿਨ੍ਹਾਂ ਦੀ ਮਾਤ ਗਰਭ ਤੋਂ ਜਿਹੜਾ ਜੀਵਨ ਸਾਡਾ ਸ਼ੁਰੂ ਹੋਇਆ, ਉਸ ਸਮੇਂ ਤੋਂ ਆਪਣੇ ਜੀਵਨ ਦਾਤੇ, ਜੀਵਨ ਦੇ ਸਿਰਜਣਹਾਰ, ਜੀਵਨ ਨੂੰ ਅਨੰਤ ਦਾਤਾਂ ਨਾਲ, ਖੁਸ਼ੀਆਂ ਨਾਲ ਨਿਵਾਜਣ ਵਾਲੇ ਵਾਹਿਗੁਰੂ ਜੀ ਦੇ ਨਾਲ ਲਿਵ ਲੱਗੀ ਰਹਿੰਦੀ ਹੈ। ਉਹਨਾਂ ਦੀ ਪਿਆਰ ਯਾਦ ਵਿੱਚ, ਉਹਨਾਂ ਦੇ ਗੁਣਗਾਨ ਵਿੱਚ, ਉਹਨਾਂ ਦੀ ਸਿਫਤ ਸਲਾਹ ਵਿੱਚ ਉਹ ਉੱਠਦਿਆਂ ਬੈਠਦਿਆਂ, ਸੌਂਦਿਆਂ ਜਾਗਦਿਆਂ, ਕਿਰਤਕਾਰ ਕਰਦਿਆਂ, ਆਪਣੇ ਜੀਵਨ ਦੇ ਗ੍ਰਸਤੀ ਫਰਜ਼ ਅਦਾ ਕਰਦਿਆਂ ਉਹ ਵਾਹਿਗੁਰੂ ਜੀ ਦੇ ਨਾਲ ਆਪਣਾ ਚੇਤਾ, ਆਪਣਾ ਧਿਆਨ ਬਣਾਈ ਰੱਖਦੇ ਨੇ। ਪਰ ਇੱਕ ਉਹ ਨੇ ਜਿਨ੍ਹਾਂ ਨੂੰ ਇਸ ਸੰਸਾਰ ਦੇ ਰੰਗ ਤਮਾਸ਼ਿਆਂ ਨੇ
ਮਾਣ ਪਦਵੀਆਂ ਨੇ, ਪਰਿਵਾਰਾਂ ਨੇ, ਧਨ ਪਦਾਰਥਾਂ ਨੇ ਆਪਣੇ ਵੱਲ ਖਿੱਚਿਆ ਹੋਇਆ ਹੈ। ਇਹਦੇ ਲਗਾਓ ਦੇ ਵਿੱਚ ਇਹਨਾਂ ਦੀ ਪ੍ਰਾਪਤੀ ਲਈ ਦਿਨੇ ਰਾਤ ਭੱਜ ਦੌੜ ਕਰਦੇ ਹਾਂ, ਜੀਵਨ ਦਾ ਸਮਾਂ ਗੁਜ਼ਾਰਦੇ। ਕਦੀ ਕੁਛ ਮਿਲ ਗਿਆ ਤਾਂ ਖੁਸ਼ ਨਜ਼ਰ ਆਉਂਦੇ ਲੱਗੇ, ਜਦੋਂ ਕੁਝ ਖੁੱਸ ਗਿਆ ਭਟਕਣਾ, ਬੇਚੈਨੀ, ਉਦਾਸੀ, ਨਿਰਾਸ਼ਾ ਦੇ ਵਿੱਚ, ਕੁਰਲਾਹਟ ਵਿੱਚ ਨਜ਼ਰ ਆਏ। ਮਹਾਰਾਜ ਕਹਿੰਦੇ ਇਹ ਦੋ ਰੂਪ ਮਨੁੱਖਾਂ ਦੇ ਇਸ ਸੰਸਾਰ ਦੇ ਸਮੂਹ ਵਿੱਚ ਮੈਨੂੰ ਨਜ਼ਰ ਆਏ ਨੇ, ਔਰ ਦੋਨਾਂ ਦੇ ਜੀਵਨ ਦੇ ਨਤੀਜੇ ਵੱਖਰੇ ਵੱਖਰੇ, ਜੀਵਨ ਢੰਗ ਵੱਖਰਾ, ਜੀਵਨ ਦੇ ਨਤੀਜੇ ਵੱਖਰੇ। ਹਾਲਾਂਕਿ ਦੋਨੋਂ ਹੀ ਤਰ੍ਹਾਂ ਦੇ ਮਨੁੱਖਾਂ ਕੋਲ ਵਾਹਿਗੁਰੂ ਜੀ ਵੱਲੋਂ ਮਿਲੀ ਹੋਈ ਸੁਰਤ, ਸੂਝ, ਅਕਲ, ਸਿਆਣਪ ਦੋਨਾਂ ਦੇ ਕੋਲ ਹੈ। ਪਰ ਉਸ ਅਕਲ ਦਾ, ਉਸ ਸਿਆਣਪ ਦਾ, ਉਸ ਸੂਝ ਦਾ ਵਰਤਣ ਢੰਗ ਦੋਨਾਂ ਦਾ ਵੱਖਰਾ ਵੱਖਰਾ। ਇਸੇ ਕਰਕੇ ਦੋਨਾਂ ਦੇ ਜੀਵਨ ਮਾਰਗ, ਜੀਵਨ ਜਿਉਣ ਦੇ ਢੰਗ ਵੱਖਰੇ ਵੱਖਰੇ ਤੇ ਨਤੀਜੇ ਵੱਖਰੇ ਵੱਖਰੇ। ਅੱਜ ਪਾਤਸ਼ਾਹ ਨੇ ਇਹਨਾਂ ਦੋਨਾਂ ਤਰ੍ਹਾਂ ਦੇ ਮਨੁੱਖੀ ਅਵਸਥਾਵਾਂ ਵਾਲੇ, ਮਨੋ ਅਵਸਥਾਵਾਂ ਵਾਲੇ ਮਨੁੱਖਾਂ ਦਾ ਜ਼ਿਕਰ ਸਾਡੇ ਸਾਹਮਣੇ ਕੀਤਾ, ਔਰ ਨਾਲ ਹੀ ਇਸ ਵਿਚਾਰ ਨੂੰ, ਇਸ ਪੱਖ ਨੂੰ ਸਪਸ਼ਟ ਕਰਨ ਲਈ ਕਿ ਭਾਈ ਤੁਸੀਂ ਵੀ ਮਿਲ ਬੈਠੇ ਹੋ ਮੇਰੇ ਕੋਲ, ਦੁਨੀਆ ਦੀ ਭੀੜ ਵਿੱਚੋਂ ਨਿਕਲ ਕੇ ਆਏ ਹੋ, ਸਿੱਖ ਕਹਾਉਂਦੇ ਹੋ ਆਪਣੇ ਆਪ ਨੂੰ ਗੁਰੂ ਦੇ। ਜਿੱਥੇ ਵੀ ਬੈਠੇ ਹੋ ਤੁਹਾਨੂੰ ਇਸ ਬਚਨ ਰਾਹੀਂ ਮਹਾਰਾਜ ਕਹਿੰਦੇ ਮੈਂ ਇਹ ਸਮਝਾਉਣਾ ਚਾਹੁੰਦਾ ਕਿ ਆਪਣੀ ਪੜਚੋਲ ਕਰੋ, ਆਤਮ ਚਿੰਤਨ ਕਰੋ, ਆਪਣੇ ਆਪੇ ਦੀ ਪਰਖ ਗੁਰੂ ਦੇ ਸ਼ਬਦ ਨੂੰ ਆਧਾਰ ਬਣਾ ਕੇ, ਕਸਵੱਟੀ ਬਣਾ ਕੇ ਕਰਨ ਦੀ ਕੋਸ਼ਿਸ਼ ਕਰੋ, ਤਾਂ ਕਿ ਤੁਹਾਨੂੰ ਵੀ ਪਤਾ ਲੱਗ ਸਕੇ ਤੁਸੀਂ ਕਿਹੜੀ ਅਵਸਥਾ ਵਿੱਚ ਵਿਚਰ ਰਹੇ ਹੋ। ਤੇ ਜਿਸ ਆਨੰਦ ਦੀ ਸਾਨੂੰ ਸਾਰਿਆਂ ਨੂੰ ਤਲਾਸ਼ ਹੈ, ਉਹ ਆਨੰਦ ਕਿਵੇਂ ਮਿਲ ਸਕਦਾ, ਕਿਉਂ ਨਹੀਂ ਮਿਲ ਰਿਹਾ, ਕਿਸ ਨੂੰ ਮਿਲਦਾ, ਕਿਸ ਨੂੰ ਨਹੀਂ ਮਿਲਦਾ, ਇਹ ਸਾਰੀਆਂ ਗੱਲਾਂ ਬਾਣੀ ਦੇ ਵਿੱਚ ਮਹਾਰਾਜ ਨੇ ਵਿਸਥਾਰ ਨਾਲ ਬਿਆਨ ਕੀਤੀਆਂ। ਸਾਹਿਬ ਕਹਿੰਦੇ ਉਦਮ ਤੁਸੀਂ ਕਰਨਾ ਹੈ। ਬਾਣੀ ਦੇ ਓਟ ਆਸਰੇ ਦੇ ਨਾਲ, ਬਾਣੀ ਦੀ ਵਿਚਾਰ ਨਾਲ ਆਪਣੇ ਜੀਵਨ ਨੂੰ ਗੁਰਮੁਖਤਾਈ ਵਿੱਚ ਗੁਰੂ ਵੱਲ ਮੁਖ ਕਰਕੇ ਗੁਰੂ ਚੇਤਨਾ ਵਿੱਚ ਕਿਵੇਂ ਜਿਉਣਾ, ਇਹ ਤੁਹਾਡੇ ਉੱਤੇ ਹੈ। ਮੈਂ ਤੇ ਮਹਾਰਾਜ ਕਹਿੰਦੇ ਗਾਡੀ ਰਾਹ ਹੀ ਤੁਹਾਨੂੰ ਦੇ ਸਕਦਾ, ਇਸ਼ਾਰੇ ਕਰ ਸਕਦਾ। ਇਸ ਮਿਲੀ ਹੋਈ ਸੂਝ ਨੂੰ ਸੋਝੀ ਦੇ ਵਿੱਚ, ਗਿਆਨ ਦੇ ਵਿੱਚ, ਬ੍ਰਹਮ ਗਿਆਨ ਵਿੱਚ ਕਿਵੇਂ ਬਦਲਿਆ ਜਾ ਸਕਦਾ ਹੈ, ਮੈਂ ਤੇ ਇਹ ਦੱਸ ਸਕਦਾ। ਇਸ ਨੂੰ ਅਮਲੀ ਰੂਪ ਦੇਣਾ ਇਹ ਤੁਹਾਡੇ ਉੱਤੇ ਹੈ। ਰਹਿਮਤ ਕੀਤੀ ਸਾਡੇ ਉੱਤੇ ਪਾਤਸ਼ਾਹ ਨੇ, ਸਾਨੂੰ ਦੱਸਿਆ ਕਿ ਜਿਹੜੇ ਗੁਰ ਸ਼ਬਦ ਦੇ ਓਟ ਆਸਰੇ ਵਿੱਚ ਵਾਹਿਗੁਰੂ ਜੀ ਦੇ ਨਾਲ ਲਿਵ ਜੋੜ ਕੇ ਜਿਉਂਦੇ ਨੇ, ਉਹਨਾਂ ਨੂੰ ਉਹ ਆਨੰਦ, ਉਹ ਸੰਤੁਸ਼ਟੀ, ਉਹ ਮਿਹਰ ਭਰਿਆ, ਸਦੀਵੀ ਟਿਕਾਓ ਵਾਲਾ, ਅਡੋਲਤਾ ਵਾਲਾ ਜੀਵਨ ਨਸੀਬ ਹੋ ਜਾਂਦਾ ਹੈ। ਤੇ ਨਹੀਂ, ਸਾਹਿਬ ਕਹਿੰਦੇ ਇਸ ਸੰਸਾਰ ਦੇ ਹਰ ਮਨੁੱਖ ਨੂੰ ਮੈਂ ਦੇਖ ਰਿਹਾ ਬੇਚੈਨ, ਅਸ਼ਾਂਤ, ਚਿੰਤਾਤੁਰ ਨਜ਼ਰ ਆਉਂਦਾ, ਤੇ ਉਹਦੇ ਲਈ ਮਹਾਰਾਜ ਕਹਿੰਦੇ ਕੋਈ ਦੂਸਰਾ ਜ਼ਿੰਮੇਵਾਰ ਨਹੀਂ, ਬੰਦਾ ਆਪ ਜ਼ਿੰਮੇਵਾਰ ਹੈ। ਤੇ ਇਹ ਕਿਵੇਂ ਹੋ ਜਾਂਦਾ ਹੈ, ਇਹਦਾ ਜ਼ਿਕਰ ਮਹਾਰਾਜ ਅੱਜ ਕਰਦੇ ਹੈ। ਜੋ ਮੂਲ ਰੂਪ ਦੇ ਵਿੱਚ ਸੱਚੇ ਪਾਤਸ਼ਾਹ ਨੇ ਵਿਚਾਰ ਦਿੱਤੀ ਹੈ, ਉਹ ਇਹ ਕਿ ਦਾਤਾਰ ਪਾਤਸ਼ਾਹ ਕਹਿੰਦੇ ਮਾਇਆ ਵਿਆਪ ਜਾਂਦੀ ਹੈ। ਇਹ ਸੰਸਾਰ ਦੇ ਉਹ ਲੋਕ ਜਿਹੜੇ ਵਾਹਿਗੁਰੂ ਜੀ ਨਾਲ ਲਿਵ ਨਹੀਂ ਜੋੜ ਪਾਉਂਦੇ, ਜਿਨ੍ਹਾਂ ਦਾ ਧਿਆਨ ਵਾਹਿਗੁਰੂ ਜੀ ਦੀ ਸਿਫਤ ਸਲਾਹ ਵਿੱਚ ਨਹੀਂ ਲੱਗਦਾ, ਜਿਹੜੇ ਵਾਹਿਗੁਰੂ ਜੀ ਦਾ ਗੁਣਗਾਨ,
ਵਾਹਿਗੁਰੂ ਜੀ ਦੇ ਪਿਆਰਿਆਂ ਨਾਲ ਮਿਲ ਬੈਠ ਕੇ ਕਰਨ ਦਾ ਉਦਮ ਉਪਰਾਲਾ ਨਹੀਂ ਕਰਦੇ, ਉਹਨਾਂ ਨੂੰ ਮਾਇਆ ਵਿਆਪ ਜਾਂਦੀ ਹੈ। ਹੁਣ ਜਦੋਂ ਇਸ ਦਾ ਜ਼ਿਕਰ ਮਾਇਆ ਦੇ ਰੂਪ ਵਿੱਚ ਕਰਦੇ ਹੈ ਤਾਂ ਇਸ ਦਾ ਵਿਸਥਾਰ ਵੀ ਮਹਾਰਾਜ ਨੇ ਦਿੱਤਾ। ਇੱਕ ਬੇਨਤੀ ਮੈਂ ਆਪ ਜੀ ਦੇ ਚਰਨਾਂ ਵਿੱਚ ਇਸ ਪ੍ਰਥਾਈ ਕਰਾਂ, ਜਦੋਂ ਮਹਾਰਾਜ ਮਾਇਆ ਦਾ ਲਫ਼ਜ਼ ਵਰਤ ਕੇ ਮਾਇਆ ਦੀ ਚਰਚਾ ਸਾਡੇ ਨਾਲ ਛੇੜਦੇ ਹੈ ਤਾਂ ਇਹਦੇ ਵਿੱਚ ਗੁਰੂ ਪਿਆਰਿਓ ਕਈ ਵਾਰੀ ਅਸੀਂ ਖੁਦ ਭੁਲੇਖੇ ਦੇ ਵਿੱਚ ਚਲੇ ਜਾਂਦੇ ਹਾਂ, ਭਰਮ ਦੇ ਵਿੱਚ ਪੈ ਜਾਂਦੇ ਹਾਂ। ਸਾਡੀ ਨਾ ਸਮਝੀ ਜਿਹੜੀ ਹੈ ਮਹਾਰਾਜ ਦੇ ਇਹਨਾਂ ਗੋਹਜ ਬਚਨਾਂ ਨੂੰ, ਗੋਹਜ ਰਮਜ਼ਾਂ ਨੂੰ ਸਮਝ ਨਹੀਂ ਪਾਉਂਦੀ। ਅਸੀਂ ਅਰਥਾਂ ਦੇ ਵੀ ਅਨਰਥ ਕਰ ਲੈਨੇ ਹਾਂ ਅਤੇ ਹੋਰ ਦਾ ਹੋਰ ਰੂਪ ਮਹਾਰਾਜ ਦੇ ਸ਼ਬਦ ਦੀ ਵਿਚਾਰ ਦਾ ਬਣਾ ਲੈਨੇ ਹਾਂ। ਯਾਦ ਰੱਖੀਏ, ਪਾਤਸ਼ਾਹ ਜੀ ਨੇ ਜਦੋਂ ਮਾਇਆ ਦੀ ਗੱਲ ਕੀਤੀ ਹੈ ਤੇ ਮਾਇਆ ਦਾ ਅਰਥ ਕੇਵਲ ਧਨ ਦੌਲਤ, ਰੁਪਈਆ, ਟਕਾ, ਪੈਸਾ, ਇਹ ਜਿਸ ਨੂੰ ਅਸੀਂ ਧਨ ਆਖਦੇ ਹਾਂ ਦੁਨਿਆਵੀ ਸ਼ਬਦਾਂ ਦੇ ਵਿੱਚ, ਇਸ ਨੂੰ ਹੀ ਮਹਾਰਾਜ ਨੇ ਇਕੱਲਾ ਮਾਇਆ ਨਹੀਂ ਆਖਿਆ। ਇਹ ਮਾਇਆ ਦਾ ਇੱਕ ਹਿੱਸਾ ਤਾਂ ਹੋ ਸਕਦਾ ਹੈ, ਪਰ ਇਹ ਜਿਹੜੀ ਗੱਲ ਮਹਾਰਾਜ ਕਹਿੰਦੇ ਕਿ ਇਹ ਮਾਇਆ ਧਾਰੀ ਹੈ, ਇਹਨੂੰ ਮਾਇਆ ਵਿਆਪ ਗਈ ਹੈ, ਮਾਇਆ ਇਸ ਤਰ੍ਹਾਂ ਆਪਣਾ ਜ਼ੋਰ ਪਾਉਂਦੀ ਹੈ, ਮਾਇਆ ਇਸ ਤਰੀਕੇ ਨਾਲ ਬੰਦੇ ਨੂੰ ਭਟਕਾ ਕੇ ਬੇਚੈਨੀ ਅਸ਼ਾਂਤੀ ਵੱਲ ਲੈ ਜਾਂਦੀ ਹੈ, ਤਾਂ ਇੱਥੇ ਮਾਇਆ ਦੇ ਬੜੇ ਵਿਸਥਾਰਤ ਅਰਥ ਨੇ। ਦਾਤਾਰ ਪਾਤਸ਼ਾਹ ਨੇ ਆਪਣੇ ਚਰਨਾਂ ਦੇ ਨਾਲ ਸਮਾਂ ਗੁਜ਼ਰਾਉਂਦਿਆਂ, ਵਿਦਿਆ ਦਾਤਿਆਂ ਦੇ ਨਾਲ ਬੈਠਦਿਆਂ, ਗੁਰਮੁਖ ਪਿਆਰੀਆਂ ਰੂਹਾਂ ਨਾਲ ਵਿਚਰਦਿਆਂ, ਵਿਦਿਆਰਥੀਆਂ ਨੂੰ ਪੜ੍ਹਾਉਂਦਿਆਂ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪਠਨ ਪਾਠਨ ਕਰਦਿਆਂ ਕਰਾਉਂਦਿਆਂ ਇਸ ਪਾਸੇ ਵੱਲ ਧਿਆਨ ਦਿਵਾਇਆ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸਾਡੀਆਂ ਹੀ ਬਹੁਤ ਸਾਰੀਆਂ ਜਿਹੜੀਆਂ ਮਨ ਦੇ ਵਿੱਚ ਉੱਠਦੇ ਨੇ, ਸ਼ੰਕੇ ਉੱਠਦੇ ਹੈ, ਪ੍ਰਸ਼ਨ ਉੱਠਦੇ ਹੈ, ਉਹਨਾਂ ਪ੍ਰਸ਼ਨਾਂ ਨੂੰ ਸਪਸ਼ਟ ਕਰਨ ਵਾਸਤੇ ਆਪ ਹੀ ਪ੍ਰਸ਼ਨ ਉਠਾਏ ਤੇ ਉਹਨਾਂ ਦੇ ਉੱਤਰ ਵੀ ਮਹਾਰਾਜ ਨੇ ਬਾਣੀ ਦੇ ਵਿੱਚ ਦਿੱਤੇ। ਪਿਛਲੇ ਸਾਲਾਂ ਦੇ ਵਿੱਚ ਗੁਰਬਾਣੀ ਵਿੱਚ ਆਏ ਹੋਏ ਵੱਖਰੇ ਵੱਖਰੇ ਪੱਖਾਂ ਨੂੰ, ਜੀਵਨ ਦੇ ਵੱਖਰੇ ਵੱਖਰੇ ਖਿਆਲਾਂ ਨੂੰ ਮਹਾਰਾਜ ਨੇ ਜਿਹੜਾ ਪ੍ਰਸ਼ਨਾਂ ਦੇ ਰੂਪ ਵਿੱਚ ਬਿਆਨ ਕੀਤਾ, ਗੁਰਬਾਣੀ ਅੰਦਰ ਉਹਨਾਂ ਨੂੰ ਇਕੱਤਰ ਕਰਕੇ ਫਿਰ ਉਹਨਾਂ ਦੇ ਜਿਹੜੇ ਮਹਾਰਾਜ ਨੇ ਉੱਤਰ ਦਿੱਤੇ, ਉਹਨਾਂ ਨੂੰ ਵਿਆਖਿਆ ਰੂਪ ਵਿੱਚ ਗੁਰੂਦੇਵ ਨੇ ਸੇਵਾ ਲਈ ਤੇ ਪੁਸਤਕ ਰੂਪ ਵਿੱਚ ਉਹ ਛਾਪੇ। ਉਹਦੇ ਵਿੱਚ ਹੀ ਜਦੋਂ ਮਾਇਆ ਦੀ ਗੱਲ ਗੁਰੂਦੇਵ ਕਰਦੇ ਨੇ ਤਾਂ ਤਕਰੀਬਨ 22 ਪ੍ਰਸ਼ਨ ਨੇ ਜਿਹੜੇ ਮਾਇਆ ਦੇ ਸੰਬੰਧ ਵਿੱਚ ਗੁਰੂਦੇਵ ਨੇ ਬਾਣੀ ਵਿੱਚ ਉਠਾਏ ਨੇ। ਤੇ ਇਹਨਾਂ 22 ਕੁ ਪ੍ਰਸ਼ਨਾਂ ਨੂੰ ਜਦੋਂ ਵਿਸ਼ੇਗਤ ਕਰਦੇ ਹਾਂ, ਅਸੀਂ ਵੱਖਰੇ ਵੱਖਰੇ ਪੱਖਾਂ ਤੋਂ ਵੰਡ ਕਰਦੇ ਹਾਂ ਤੇ ਇਹਨਾਂ ਦੇ 4-5 ਰੂਪ ਸਾਹਮਣੇ ਆਉਂਦੇ ਨੇ। ਮਾਇਆ ਕੀ ਹੈ? ਮਾਇਆ ਦੀ ਪਰਿਭਾਸ਼ਾ ਕੀ ਹੈ? ਮਾਇਆ ਕਿਸ ਨੂੰ ਆਖਿਆ ਜਾਂਦਾ? ਇਹ ਪ੍ਰਸ਼ਨ ਮਹਾਰਾਜ ਨੇ ਉਠਾਇਆ। ਫਿਰ ਇਹ ਮਾਇਆ ਪੈਦਾ ਕਿਹਨੇ ਕੀਤੀ ਹੈ? ਕਿੱਥੋਂ ਇਹ ਮਾਇਆ ਆਈ? ਇਸ ਮਾਇਆ ਦਾ ਰੂਪ ਕੀ ਹੈ? ਇਹ ਮਾਇਆ ਜਦੋਂ ਸੰਸਾਰ ਦੇ ਲੋਕਾਂ ਨੂੰ ਵਿਆਪਦੀ ਹੈ, ਕਿੱਦਾਂ ਵਿਆਪ ਜਾਂਦੀ ਹੈ? ਤੇ ਜਿਹਨੂੰ ਵਿਆਪ ਜਾਂਦੀ ਹੈ, ਜਿਹਦੇ 'ਤੇ ਇਹਦਾ ਪ੍ਰਭਾਵ ਪੈ ਜਾਂਦਾ ਹੈ, ਉਹਦੇ ਲੱਛਣ ਕੀ ਨੇ? ਉਹਦੀਆਂ ਨਿਸ਼ਾਨੀਆਂ ਕੀ ਨੇ? ਕਿਸ ਤਰ੍ਹਾਂ ਦਾ ਜੀਵਨ ਹੋ ਜਾਂਦਾ ਹੈ ਉਸ ਦਾ? ਇਹਦਾ ਜ਼ਿਕਰ ਕੀਤਾ ਪਾਤਸ਼ਾਹ ਜੀ ਨੇ। ਫਿਰ ਜਿਹਦੇ ਉੱਤੇ ਇਹ ਮਾਇਆ ਵਿਆਪ ਜਾਵੇ, ਉਹਦਾ ਜੀਵਨ ਢੰਗ ਕਿੱਦਾਂ ਦਾ ਹੋ ਜਾਂਦਾ ਹੈ, ਉਹਦੇ ਜੀਵਨ ਵਿੱਚ ਨਤੀਜੇ ਕਿੱਦਾਂ ਦੇ ਨਿਕਲ ਆਉਂਦੇ ਨੇ, ਇਹਦਾ ਜ਼ਿਕਰ ਕੀਤਾ। ਫਿਰ ਇਹ ਜਿਹੜੀ ਮਾਇਆ ਜਦੋਂ ਕਿਸੇ ਨੂੰ ਆਪਣੇ ਪ੍ਰਭਾਵ ਵਿੱਚ ਲੈ ਲੈਂਦੀ ਹੈ ਤੇ ਉਹਨੂੰ ਬੇਚੈਨ, ਅਸ਼ਾਂਤ, ਡਰ, ਚਿੰਤਾ ਵਿੱਚ ਪਾ ਦਿੰਦੀ ਹੈ, ਉਦਾਸੀ, ਨਿਰਾਸ਼ਾ ਵਿੱਚ ਚਲੇ ਜਾਂਦੇ ਹੈ ਬੰਦੇ, ਤਾਂ ਉਸ ਉਦਾਸੀ, ਚਿੰਤਾ, ਨਿਰਾਸ਼ਾ ਤੋਂ ਛੁਟਕਾਰਾ ਕਿਵੇਂ ਮਿਲਦਾ ਹੈ, ਕਿਸ ਨੂੰ ਮਿਲਦਾ ਹੈ, ਕਿੱਥੋਂ ਮਿਲਦਾ ਹੈ, ਇਹਦਾ ਵੀ ਜ਼ਿਕਰ ਕੀਤਾ। ਤੋ ਇੱਦਾਂ ਦੇ 22 ਪ੍ਰਸ਼ਨ ਨੇ ਜਿਹੜੇ ਦਾਤਾਰ ਪਾਤਸ਼ਾਹ ਨੇ ਬਾਣੀ ਵਿੱਚ ਉਠਾਏ ਤੇ ਫਿਰ ਇਹਨਾਂ ਦੇ ਉੱਤਰਾਂ ਦਾ ਵਿਸਥਾਰ ਬਾਣੀ ਵਿੱਚ ਤਕਰੀਬਨ 300 ਸ਼ਬਦ ਨੇ, ਜਿਹਦੇ ਵਿੱਚ ਮਹਾਰਾਜ ਨੇ ਇਹਨਾਂ 22 ਪ੍ਰਸ਼ਨਾਂ ਦਾ ਉੱਤਰ ਵੱਖਰੇ ਵੱਖਰੇ ਰੂਪਾਂ ਵਿੱਚ ਦੇਣ ਦੀ ਕਿਰਪਾਲਤਾ ਕੀਤੀ ਹੈ, ਜਿਹਦੇ ਨਾਲ ਸਪਸ਼ਟ ਹੁੰਦਾ ਹੈ ਕਿ ਇਹ ਮਾਇਆ ਦਾ ਜਿਹੜਾ ਸੰਕਲਪ ਹੈ, ਵਿਚਾਰ ਹੈ, ਇਹ ਵਿਸ਼ਾ
ਇਸ ਦੀ ਵਿਚਾਰ ਕੀ ਹੈ, ਇਹਦਾ ਸੱਚ ਕੀ ਹੈ। ਤਾਂ ਮੈਂ ਬੇਨਤੀ ਕਰ ਰਿਹਾ ਸੀ ਕਿ ਜਦੋਂ ਅਸੀਂ ਗੁਰਬਾਣੀ ਦੀ ਰੌਸ਼ਨੀ ਵਿੱਚ ਮਾਇਆ ਦੇ ਇਸ ਵਿਚਾਰ ਨੂੰ, ਖਿਆਲ ਨੂੰ ਵਿਚਾਰਦੇ ਹਾਂ, ਤਾਂ ਗੁਰੂ ਸਾਹਿਬ ਨੇ ਧਨ ਦੌਲਤ ਨੂੰ ਹੀ ਮਾਇਆ ਨਹੀਂ ਆਖਿਆ, ਬਲਕਿ ਮਾਇਆ ਤੇ ਇੱਕ ਮਨੋ ਅਵਸਥਾ ਹੈ ਜਿਹੜੀ ਇਸ ਸੰਸਾਰ ਦੇ ਵਿੱਚ ਆਪਣੇ ਆਪ ਨਾਲ ਵਿਚਰਦੇ ਹਾਂ, ਸੰਸਾਰ ਦੇ ਨਾਲ ਵਿਚਰਦੇ ਹਾਂ, ਇਸ ਸੰਸਾਰ ਦੇ ਧਨ ਪਦਾਰਥਾਂ ਦੇ ਨਾਲ ਸੰਪਰਕ ਬਣਾਉਂਦੇ ਹਾਂ, ਸਾਡੇ ਮਨ ਦੇ ਉੱਤੇ ਬਣ ਜਾਂਦੀ ਹੈ, ਸਾਡੀ ਮਨ ਦੀ ਅਵਸਥਾ ਬਣ ਜਾਂਦੀ ਹੈ। ਤੇ ਉਸ ਮਨ ਦੀ ਅਵਸਥਾ ਦੇ ਅਧੀਨ ਸਾਡੀ ਮਤ ਕੰਮ ਕਰਦੀ ਹੈ, ਅਕਲ ਕੰਮ ਕਰਦੀ ਹੈ, ਤੇ ਉਹਦੇ ਵਿੱਚੋਂ ਫਿਰ ਸਾਡੇ ਵਿਚਾਰ ਬਣਦੇ ਹੈ, ਸਾਡੀਆਂ ਆਦਤਾਂ ਬਣਦੀਆਂ ਨੇ, ਸਾਡਾ ਸੁਭਾਅ ਬਣਦਾ ਹੈ, ਉਹਦੇ ਵਿੱਚੋਂ ਸਾਡੇ ਕਰਮ ਨਿਕਲਦੇ ਨੇ, ਤੇ ਕਰਮਾਂ ਵਿੱਚੋਂ ਫਿਰ ਨਤੀਜੇ ਨਿਕਲਦੇ ਨੇ, ਮਾੜੇ ਜਾਂ ਚੰਗੇ। ਉਹਦੇ ਆਧਾਰ 'ਤੇ ਹੀ ਮਹਾਰਾਜ ਸਾਨੂੰ ਮਨੁੱਖ ਕਹਾਉਣ ਵਾਲਿਆਂ ਨੂੰ ਗੁਰਮੁਖ ਜਾਂ ਮਨਮੁਖ ਆਖਦੇ ਹੈ, ਤੇ ਨਤੀਜਿਆਂ ਨੂੰ ਬਿਆਨ ਕਰਦੇ। ਅੱਜ ਵੀ ਗੁਰੂਦੇਵ ਪਾਤਸ਼ਾਹ ਨੇ ਇਸੇ ਪ੍ਰਥਾਏ ਇਹ ਬਖਸ਼ਿਸ਼ ਕੀਤੀ ਹੈ, ਭਾਈ ਆ ਗਏ ਹੋ ਮੇਰੇ ਕੋਲ, ਆਓ ਬੈਠੋ, ਆਪਾਂ ਵਿਚਾਰ ਕਰੀਏ ਤੁਹਾਡੀ ਮਨੋ ਅਵਸਥਾ ਇਸ ਵੇਲੇ ਕਿਸ ਤਰ੍ਹਾਂ ਦੀ ਹੈ, ਜਿਹੜਾ ਬੀਤਿਆ ਸਮਾਂ ਲੰਘਿਆ ਉਹ ਕਿਸ ਤਰ੍ਹਾਂ ਦੀ ਅਵਸਥਾ ਵਿੱਚ ਨਿਕਲਿਆ, ਕਿੱਦਾਂ ਤੁਸੀਂ ਸੋਚਦੇ ਵਿਚਾਰਦੇ ਆ ਰਹੇ ਹੋ, ਕਿੱਦਾਂ ਦੀਆਂ ਤੁਹਾਡੀਆਂ ਆਦਤਾਂ ਨੇ, ਕਿੱਦਾਂ ਦੇ ਤੁਹਾਡੇ ਕਰਮ ਨੇ, ਕਿੱਦਾਂ ਦਾ ਤੁਹਾਡਾ ਦੁਨੀਆ ਦੇ ਵਿੱਚ ਵਰਤੋਂ ਵਿਹਾਰ ਹੈ। ਔਰ ਯਾਦ ਰੱਖੋ, ਮਹਾਰਾਜ ਕਹਿੰਦੇ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਧਰਮਕ ਖੇਤਰ ਵਿੱਚ ਵਿਚਰ ਰਹੇ ਹੋ, ਰਾਜਨੀਤਿਕ ਖੇਤਰ ਵਿੱਚ ਵਿਚਰ ਰਹੇ ਹੋ, ਵਪਾਰ ਕਰ ਰਹੇ ਹੋ, ਨੌਕਰੀ ਕਰ ਰਹੇ ਹੋ, ਖੇਤੀ ਕਰ ਰਹੇ ਹੋ, ਜਾਂ ਤੁਸੀਂ ਸੰਸਾਰ ਨੂੰ ਤਿਆਗ ਕੇ ਆਪਣੇ ਆਪ ਨੂੰ ਉਦਾਸੀ ਸਾਧੂ ਮਹਾਤਮਾ ਕਹਾਉਂਦੇ ਹੋ, ਜਤੀ ਸਤੀ ਕਹਾਉਂਦੇ ਹੋ, ਇਹਦੇ ਨਾਲ ਨਹੀਂ ਕੋਈ ਫਰਕ ਪੈਂਦਾ। ਫਰਕ ਤੇ ਇਸ ਗੱਲ ਨਾਲ ਪੈਣਾ ਹੈ ਕਿ ਤੁਸੀਂ ਕਿਸੇ ਵੀ ਕਾਰਜ ਖੇਤਰ ਵਿੱਚ ਵਿਚਰਦਿਆਂ ਆਪਣੇ ਮਨ ਨੂੰ ਕਿਸ ਤਰ੍ਹਾਂ ਦੀ ਅਵਸਥਾ ਵਾਲਾ ਬਣਾਇਆ ਹੈ, ਤੁਹਾਡੀ ਮਤ ਕਿਸ ਤਰ੍ਹਾਂ ਸੋਚਦੀ ਹੈ, ਤੁਹਾਨੂੰ ਫੁਰਨੇ ਕਿਸ ਤਰ੍ਹਾਂ ਦੇ ਆਉਂਦੇ ਨੇ, ਕਿਸ ਤਰ੍ਹਾਂ ਦੇ ਖਿਆਲ ਤੁਹਾਡੇ ਅੰਦਰ ਉੱਠਦੇ ਹੈ, ਤੇ ਉਹਨਾਂ ਖਿਆਲਾਂ ਦੇ ਵਿਚਾਰਾਂ ਦੇ ਅਧੀਨ ਤੁਹਾਡਾ ਕਰਮ ਦਾ ਢੰਗ, ਤੁਹਾਡਾ ਵਰਤੋਂ ਵਿਹਾਰ ਸੰਸਾਰ ਵਿੱਚ ਕਿੱਦਾਂ ਦਾ ਹੈ। ਇਸੇ ਨੂੰ ਹੀ ਮਹਾਰਾਜ ਨੇ ਸੰਕੋਚਵੇਂ ਲਫ਼ਜ਼ਾਂ ਦੇ ਵਿੱਚ ਜਦੋਂ ਬਿਆਨ ਕੀਤਾ ਤੇ ਦਾਤਾਰ ਪਾਤਸ਼ਾਹ ਕੈਟੇਗਰਾਈਜ਼ ਕਰਦੇ, ਇਹ ਦੋ ਹਿੱਸਿਆਂ ਵਿੱਚ ਵੰਡਦੇ, ਇੱਕ ਗੁਰਮੁਖਾਂ ਵਾਲਾ, ਇੱਕ ਮਨਮੁਖਾਂ ਵਾਲਾ, ਇੱਕ ਟੁੱਟਿਆਂ ਹੋਇਆਂ ਦਾ, ਇੱਕ ਜੁੜਿਆਂ ਹੋਇਆਂ ਦਾ, ਇੱਕ ਉਹ ਜਿਨ੍ਹਾਂ ਦੀ ਲਿਵ ਲੱਗੀ ਹੋਈ ਹੈ, ਇੱਕ ਉਹ ਜਿਹੜੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਵਾਲੇ ਅਵਸਥਾ ਵਿੱਚ ਨੇ। ਅਸੀਂ ਕਿੱਥੇ ਹਾਂ, ਇਹਦਾ ਆਤਮ ਚਿੰਤਨ ਅਸੀਂ ਕਰਨਾ ਹੈ ਸ਼ਬਦ ਦੇ ਆਧਾਰ 'ਤੇ। ਤਾਂ ਮੈਂ ਬੇਨਤੀ ਆਪ ਜੀ ਦੇ ਚਰਨਾਂ 'ਚ ਕਰ ਰਿਹਾ ਸੀ, ਮਹਾਰਾਜ ਜਦੋਂ ਮਾਇਆ ਦੀ ਗੱਲ ਕਰਦੇ ਹੈ ਤਾਂ ਪ੍ਰਸ਼ਨ ਉਠਾਉਂਦੇ ਹੈ ਕਿ ਆਓ ਵਿਚਾਰੀਏ ਕਿ ਜਦੋਂ ਮੈਂ ਤੁਹਾਨੂੰ ਇਹ ਕਹਿਣਾ ਕਿ ਇਹਨੂੰ ਮਾਇਆ ਵਿਆਪ ਗਈ ਹੈ, ਤਾਂ ਇਹ ਮਾਇਆ ਵਿਆਪਣ ਦਾ ਕੀ ਅਰਥ ਹੈ। ਪਹਿਲਾਂ ਤੇ ਮਹਾਰਾਜ ਇੱਥੋਂ ਸ਼ੁਰੂ ਕਰਦੇ, ਮਾਇਆ ਕਿਸ ਨੂੰ ਆਖੀ ਹੈ, ਕਿਆ ਮਾਇਆ ਕਰਮ ਕਮਾਏ। ਕਿਹਨੂੰ ਆਖਿਆ ਜਾਂਦਾ ਹੈ ਮਾਇਆ, ਇਹ ਮਾਇਆ ਦੀ ਪਰਿਭਾਸ਼ਾ ਕੀ ਹੈ। ਮਹਾਰਾਜ ਕਹਿੰਦੇ, ਮੇਰੇ ਵਿਚਾਰ ਅਨੁਸਾਰ ਜਦੋਂ ਕੋਈ ਵੀ ਮਨੁੱਖ ਆਪਣੀ ਮੈਂ ਦੇ ਅਧੀਨ ਇਸ ਮੈਂ ਦਾ ਵਿਸਥਾਰ ਕਰਦਿਆਂ ਮੇਰਾ 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 ਦੇ ਵਿੱਚ ਆਉਂਦਾ ਹੈ, ਇਹ ਮੇਰਾ ਸਰੀਰ, ਇਹ ਮੇਰੀ ਅਕਲ, ਇਹ ਮੇਰਾ ਘਰ ਪਰਿਵਾਰ, ਇਹ ਮੇਰੇ ਧੀਆਂ ਪੁੱਤਰ, ਇਹ ਮੇਰੇ ਧਨ ਪਦਾਰਥ, ਇਹ ਮੇਰੀ ਮਹਿਲ ਮਾੜੀਆਂ, ਇਹ ਮੇਰੀਆਂ ਪਦਵੀਆਂ, ਫਿਰ ਇਸ ਤੋਂ ਅੱਗੇ ਚੱਲਦਾ ਇਹ ਮੇਰਾ ਧਰਮ, ਇਹ ਮੇਰਾ ਧਰਮ ਅਸਥਾਨ, ਇਹ ਮੇਰਾ ਧਰਮ ਗੁਰੂ, ਇਹ ਮੇਰਾ ਰੱਬ। ਇਹ ਕਰਦਿਆਂ ਫਿਰ ਮਹਾਰਾਜ ਕਹਿੰਦੇ ਜਦੋਂ ਇਹ ਨਾਲ ਜੁੜਦਾ ਹੈ ਨਾ, ਇਹ ਮੇਰਾ ਤੇ ਇਹ ਤੇਰਾ, ਤੇ ਮੇਰਾ 1 ਨੰਬਰ ਤੇ ਤੇਰਾ 2 ਨੰਬਰ ਤੇ। ਉਹ ਭਾਵੇਂ ਮੇਰਾ ਸਰੀਰ ਹੈ, ਮੇਰੀ ਅਕਲ ਹੈ, ਮੇਰੀਆਂ ਮਾਣ ਪਦਵੀਆਂ ਨੇ, ਮੇਰਾ ਗਿਆਨ ਹੈ, ਮੇਰਾ ਧਰਮ ਹੈ, ਮੇਰਾ ਧਰਮ ਅਸਥਾਨ ਹੈ, ਮੇਰਾ ਧਰਮ ਗ੍ਰੰਥ ਹੈ, ਮੇਰਾ ਧਰਮ ਗੁਰੂ ਹੈ, ਮੇਰਾ ਰੱਬ ਹੈ, ਮੇਰੀ ਜ਼ਾਤ ਹੈ, ਮੇਰਾ ਭਾਈਚਾਰਾ ਹੈ, ਮੇਰੀ ਧਰਤੀ,
ਮੇਰਾ ਦੇਸ਼ ਮੇਰੇ, ਇਹ ਮੇਰੇ ਦਾ ਵਿਸਥਾਰ ਮਹਾਰਾਜ ਕਹਿੰਦੇ ਜਦੋਂ ਚੱਲਦਾ ਹੈ ਨਾ, ਤੇ ਫਿਰ ਇਹ ਮੇਰਾ ਤੇ ਇਹ ਤੇਰਾ, ਇਹਦੇ ਵਿੱਚ ਮਹਾਰਾਜ ਕਹਿੰਦੇ ਬੰਦਾ ਜਦੋਂ ਦੌੜ ਭੱਜ ਕਰਦਾ ਦੂਜਿਆਂ ਤੋਂ ਅੱਗੇ ਨਿਕਲਣ ਲਈ, ਦੂਜਿਆਂ ਦੇ ਉੱਤੇ ਆਪਣੀ ਸ੍ਰੇਸ਼ਟਤਾ ਦਾ, ਆਪਣੇ ਵੱਡੇਪਣ ਦਾ ਪ੍ਰਭਾਵ ਪਾਉਣ ਲਈ ਦੂਜਿਆਂ ਨੂੰ ਪਛਾੜਨ ਦੇ ਵਿੱਚ ਲੱਗਦਾ, ਤਾਂ ਕੁਝ ਕਦੀ ਪ੍ਰਾਪਤੀ ਹੁੰਦੀ ਨਜ਼ਰ ਆਉਂਦੀ ਹੈ ਤੇ ਖੁਸ਼ ਹੋ ਜਾਂਦਾ ਹੈ। ਜਦੋਂ ਕੁਝ ਖੁੱਸ ਜਾਂਦਾ ਹੈ ਤੇ ਫਿਰ ਉਦਾਸ ਦੁਖੀ ਹੋ ਜਾਂਦਾ ਹੈ। ਬਸ ਮਹਾਰਾਜ ਕਹਿੰਦੇ ਜਿਹੜੀ ਕਦੀ ਹਰਖ ਵਿੱਚ, ਕਦੀ ਸੋਗ ਵਿੱਚ, ਕਦੀ ਦੁੱਖ ਵਿੱਚ, ਕਦੀ ਸੁੱਖ ਵਿੱਚ, ਕਦੀ ਚਿੰਤਾ ਵਿੱਚ, ਤੇ ਕਦੀ ਆਪਣੇ ਆਪ ਨੂੰ ਸਮਝਦਾ ਕਿ ਹੁਣ ਬਸ ਗੱਲ ਬਣ ਗਈ। ਮਹਾਰਾਜ ਕਹਿੰਦੇ ਇਹ ਬਾਰ-ਬਾਰ ਜਦੋਂ ਇਸ ਤਰ੍ਹਾਂ ਦੀ ਡਾਵਾਂ ਡੋਲਤਾ ਦੇ ਵਿੱਚ ਬੰਦਾ ਵਿਚਰਦਾ ਹੈ ਨਾ, ਇਹੋ ਹੀ ਮਾਇਆ ਹੈ, ਇਹੋ ਹੀ ਮਾਇਆਵੀ ਬਿਰਤੀ ਹੈ। ਇਸ ਮਾਇਆਵੀ ਬਿਰਤੀ ਦਾ ਜ਼ਿਕਰ ਗੁਰੂ ਅਮਰਦਾਸ ਸਾਹਿਬ ਕਰਦੇ ਬਚਨ ਕਰ ਰਹੇ ਨੇ। ਮਾਇਆ ਕਿਸ ਨੂੰ ਆਖੀ ਹੈ, ਕਿਆ ਮਾਇਆ ਕਰਮ ਕਮਾਏ। ਮਾਇਆ ਕਿਹਨੂੰ ਆਖਿਆ ਜਾਂਦਾ ਹੈ? ਇਹ ਮਾਇਆ ਕੀ ਕਰਮ ਕਰਦੀ ਹੈ, ਕਿਵੇਂ ਬੰਦਿਆਂ ਦੇ ਜੀਵਨ ਦੇ ਵਿੱਚ ਉਹਨਾਂ ਨੂੰ ਆਪਣੇ ਪ੍ਰਭਾਵ ਥੱਲੇ ਲੈ ਕੇ ਉਹਨਾਂ ਨੂੰ ਉਸ ਪਾਸੇ ਵੱਲ ਤੋਰ ਦਿੰਦੀ ਹੈ ਜਿੱਥੇ ਉਹਨਾਂ ਨੂੰ ਆਪਣੇ ਯੋਗ ਅਯੋਗ ਦਾ, ਬੁਰੇ ਭਲੇ ਦਾ ਨਿਰਣਾ ਕਰਨ ਦੀ ਸਮਰੱਥਾ ਨਹੀਂ ਰਹਿੰਦੀ। ਭੁੱਲ ਜਾਂਦਾ ਹੈ ਉਹ ਕਿ ਮੇਰੇ ਜੀਵਨ ਦਾ ਮਕਸਦ ਕੀ ਹੈ, ਮੈਂ ਜੋ ਆਨੰਦ ਦੀ, ਸੁੱਖ ਦੀ ਤਲਾਸ਼ ਵਿੱਚ ਹਾਂ, ਉਹ ਮਿਲ ਰਿਹਾ ਕਿ ਨਹੀਂ ਮਿਲ ਰਿਹਾ। ਮੈਂ ਜੋ ਕੁਝ ਖੱਟਿਆ ਕਮਾਇਆ, ਭਾਵੇਂ ਉਹ ਧਨ ਪਦਾਰਥਾਂ ਦੇ ਰੂਪ ਵਿੱਚ, ਭਾਵੇਂ ਸੁੱਖ ਸਾਧਨਾਂ ਦੇ ਰੂਪ ਵਿੱਚ, ਭਾਵੇਂ ਧੀਆਂ ਪੁੱਤਰਾਂ ਦੇ ਰੂਪ ਵਿੱਚ, ਭਾਵੇਂ ਮਾਣ ਪਦਵੀਆਂ ਦੇ ਰੂਪ ਵਿੱਚ, ਉਹਦੇ ਵਿੱਚੋਂ ਮੈਨੂੰ ਆਨੰਦ ਮਿਲ ਰਿਹਾ ਕਿ ਨਹੀਂ ਮਿਲ ਰਿਹਾ, ਸੰਤੁਸ਼ਟੀ ਹੈ ਕਿ ਨਹੀਂ ਜੀਵਨ ਦੇ ਵਿੱਚ। ਸ਼ਿਕਵੇ ਹੀ ਸ਼ਿਕਵੇ ਨੇ ਕਿ ਸ਼ੁਕਰਾਨਾ ਵੀ ਕਿਤੇ ਆਇਆ। ਮਹਾਰਾਜ ਕਹਿੰਦੇ ਇਹ ਆਧਾਰ ਹੈ ਉਸ ਬਿਰਤੀ ਦਾ ਜਿਹਨੂੰ ਮਾਇਆਵੀ ਬਿਰਤੀ ਆਖਿਆ ਜਾਂਦਾ, ਜਿਹਨੂੰ ਮਹਾਰਾਜ ਕਹਿੰਦੇ ਜਿਹਨੂੰ ਮਾਇਆ ਵਿਆਪ ਜਾਂਦੀ, ਉਹ ਮਾਇਆ ਧਾਰੀ ਜਿਹੜਾ ਹੈ। ਤੇ ਫਿਰ ਉਹਦੇ ਲੱਛਣ ਜਿਹੜੇ ਨੇ ਇਹ ਸਾਰਾ ਕੁਝ ਬਿਆਨ ਕਰਦੇ ਆ। ਮਹਾਰਾਜ ਕਹਿੰਦੇ ਮਾਇਆ ਕਿਸ ਨੂੰ ਆਖੀ ਹੈ, ਕਿਆ ਮਾਇਆ ਕਰਮ ਕਮਾਏ। ਤੇ ਆਪ ਹੀ ਉੱਤਰ ਬਖਸ਼ਿਸ਼ ਕਰਦੇ ਹੈ, ਦੁੱਖ ਸੁੱਖ ਇਹ ਜੀਓ ਬਦ ਹੈ, ਹਉਮੈ ਕਰਮ ਕਮਾਏ। ਜਦੋਂ ਬੰਦਾ ਆਪਣੀ ਹਉਮੈ ਵਿੱਚ, ਮੈਂ ਦੇ ਵਿੱਚ ਬੱਝਾ ਹੋਇਆ, ਇਹ ਮੇਰਾ ਤੇ ਇਹ ਤੇਰਾ, ਇਹਦੇ ਅਧੀਨ ਸੋਚਦਾ, ਵਿਚਾਰਦਾ, ਕਰਮ ਕਰਦਾ ਹੈ। ਤੇ ਫਿਰ ਉਹ ਕਰਮ ਕਰਦੇ ਆ, ਕੁਝ ਜਦੋਂ ਥੋੜ੍ਹਾ ਬਹੁਤ ਪ੍ਰਾਪਤ ਹੋ ਜਾਂਦਾ, ਕਹਿੰਦਾ ਬੜਾ ਆਨੰਦ ਮਿਲਿਆ, ਬੜਾ ਸੁੱਖ ਮਿਲਿਆ। ਦੁਨੀਆ ਨੂੰ ਫਿਰ ਆਪਣੇ ਸੁੱਖ ਦਾ ਪ੍ਰਗਟਾਵਾ ਕਰਨ ਵਾਸਤੇ ਕਿ ਦੇਖੋ ਮੈਂ ਇੰਨਾ ਸੁਖੀ, ਮੇਰੇ ਕੋਲ ਇੰਨਾ ਕੁਛ, ਮੇਰੇ ਕੋਲ ਇੰਨਾ ਕੁਛ, ਉਹ ਮਹਾਰਾਜ ਕਹਿੰਦੇ ਹੰਕਾਰ ਦਾ ਪ੍ਰਗਟਾਵਾ ਕਰਦਾ ਹੈ, ਇਹ ਮਾਇਆ ਹੈ। ਤੇ ਜਦੋਂ ਫਿਰ ਕੁਝ ਖੁੱਸ ਗਿਆ, ਫਿਰ ਜਦੋਂ ਰੋਣੇ ਧੋਣੇ ਵਿੱਚ ਆਉਂਦਾ, ਕਲਪਦਾ, ਉਦਾਸ ਹੁੰਦਾ, ਨਿਰਾਸ਼ ਹੁੰਦਾ, ਫਿਰ ਮਹਾਰਾਜ ਕਹਿੰਦੇ ਇਹ ਵੀ ਮਾਇਆ ਦੇ ਅਧੀਨ ਹੈ। ਦੁੱਖ ਵਿੱਚ, ਸੁੱਖ ਵਿੱਚ, ਰੋਣਾ ਧੋਣਾ, ਹੱਸਣਾ ਖੇਡਣਾ, ਉਦਾਸ ਹੋਣਾ, ਨਿਰਾਸ਼ ਹੋਣਾ, ਮਹਾਰਾਜ ਕਹਿੰਦੇ ਇਹ ਮਾਇਆ ਦੀ ਬਿਰਤੀ ਹੈ। ਇਹਨੂੰ ਮਹਾਰਾਜ ਕਹਿੰਦੇ ਮੈਂ ਮਾਇਆ ਆਖਦਾ। ਦੁੱਖ ਸੁੱਖ ਇਹ ਜੀਓ ਬੱਧ ਹੈ। ਇਹ ਬੰਦਾ ਜਦੋਂ ਇਹ ਦੁੱਖ ਸੁੱਖ ਦੇ ਵਿੱਚ ਜਕੜਿਆ ਹੋਇਆ ਸੰਸਾਰ ਦੇ ਵਿੱਚ ਕਰਮ ਕਰਦਾ ਹੈ, ਕਦੀ ਦੁੱਖਾਂ ਤੋਂ ਬਚਣ ਵਾਸਤੇ ਯਤਨ ਕਰਦਾ ਹੈ, ਕਦੀ ਸੁੱਖਾਂ ਦੀ ਪ੍ਰਾਪਤੀ ਲਈ ਦੌੜ ਭੱਜ ਕਰਦਾ ਹੈ। ਬਸ ਇਸੇ ਦੌੜ ਭੱਜ ਵਿੱਚ ਹੀ ਲੱਗਿਆ ਰਹਿੰਦਾ। ਨਾ ਜੀਵਨ ਮਕਸਦ ਪਤਾ ਲੱਗਦਾ ਹੈ, ਨਾ ਜੀਵਨ ਦਾਤੇ ਦਾ ਪਤਾ ਲੱਗਦਾ ਹੈ, ਨਾ ਜੀਵਨ ਦਾਤੇ ਦੇ ਸ਼ੁਕਰਾਨੇ ਵਿੱਚ ਕਿਵੇਂ ਜੁੜਨਾ ਹੈ। ਤੇ ਫਿਰ ਉਹਦੇ ਨਾਲ ਜੁੜ ਕੇ ਉਸ ਆਨੰਦ ਗੁਣੀ ਨਿਧਾਨ ਦੇ ਦਾਤੇ ਦੇ ਨਾਲ ਜੁੜ ਕੇ ਆਨੰਦ ਕਿਵੇਂ ਲੈਣਾ, ਨਾ ਇਹਦੀ ਸਮਝ ਆਉਂਦੀ ਹੈ। ਬਸ ਮਹਾਰਾਜ ਕਹਿੰਦੇ ਕਦੀ ਦੁੱਖ, ਕਦੀ ਸੁੱਖ, ਕਦੀ ਹਰਖ, ਕਦੀ ਸੋਗ, ਕਦੀ ਉਦਾਸੀ, ਕਦੀ ਚਿੰਤਾ, ਨਿਰਾਸ਼ਾ, ਭੈ, ਬਸ ਇਹਦੇ ਵਿੱਚ ਹੀ ਸਾਰਾ ਜੀਵਨ, ਕਦੀ ਸ਼ਰਮਿੰਦਗੀ, ਕਦੀ ਪਛਤਾਵਾ, ਇਹਦੇ ਵਿੱਚ ਹੀ ਲੰਘ ਜਾਂਦਾ ਸਾਰਾ ਸਮਾਂ। ਚੈਨ ਨਹੀਂ ਹੈ, ਟਿਕਾਊ ਨਹੀਂ ਹੈ, ਸਹਿਜ ਨਹੀਂ ਹੈ। ਇਹੀ ਕਾਰਨ ਹੈ ਦਾਤਾਰ ਜੀ ਕਹਿੰਦੇ ਜਦੋਂ ਮੈਂ ਸੰਸਾਰ ਦੇ ਲੋਕਾਂ ਨੂੰ ਦੇਖਦਾ, ਆਉਂਦੇ ਵੀ ਨੰਗੇ, ਜਾਂਦੇ ਵੀ ਨੰਗੇ, ਭਾਵ ਜਾਣ ਲੱਗਿਆਂ ਵੀ ਪੱਲੇ ਕੁਛ ਨਹੀਂ ਹੈ। ਨੰਗੇ ਤੋਂ ਭਾਵ ਕੀ ਹੈ ਕਿ ਪੱਲੇ ਕੁਛ ਨਹੀਂ ਹੈ, ਤੇ ਪੱਲੇ ਕੁਛ ਨਹੀਂ ਤੋਂ ਭਾਵ ਕੀ ਹੈ, ਉਹ ਸੁੱਖ, ਉਹ ਆਨੰਦ ਜਿਹਦੀ ਸਾਰੀ ਜ਼ਿੰਦਗੀ ਅਸੀਂ ਤਲਾਸ਼ ਕੀਤੀ, ਉਹ ਨਹੀਂ ਹੈ। ਉਹਦੀ ਜਗ੍ਹਾ 'ਤੇ ਕੀ ਹੈ? ਡਰ, ਚਿੰਤਾ, ਭੈ, ਪਛਤਾਵਾ। ਲੰਘ ਗਈ ਜ਼ਿੰਦਗੀ, ਐਵੇਂ ਹੀ ਲੰਘ ਗਈ ਜ਼ਿੰਦਗੀ, ਕੁਛ ਵੀ ਨਹੀਂ ਖੱਟਿਆ ਕਮਾਇਆ।
ਕਦੋਂ ਬਚਪਨਾ ਗੁਜ਼ਰ ਗਿਆ, ਕਦੋਂ ਜਵਾਨੀ ਆ ਗਈ ਤੇ ਕਦੋਂ ਬੁਢੇਪਾ ਆ ਗਿਆ, ਸਰੀਰ ਜਰਜਰਾ ਹੋ ਗਿਆ, ਮੁਥਾਜ ਹੋ ਗਿਆ ਸਰੀਰ। ਹੁਣ ਨਾ ਅੰਗ ਕੰਮ ਕਰਦੇ ਨਾ ਅਕਲ ਕੰਮ ਕਰਦੀ, ਪੱਲੇ ਕੀ ਹੈ? ਇਹ ਸਾਰਾ ਜੀਵਨ ਗੁਜ਼ਾਰਦੇ ਹਾਂ। ਇਹ ਜਦੋਂ ਧਿਆਨ ਵਿੱਚ ਆਉਂਦਾ ਹੈ, ਉਸ ਵੇਲੇ ਪਾਤਸ਼ਾਹ ਕਹਿੰਦੇ ਪੱਲੇ ਕੁਛ ਨਹੀਂ, ਖਾਲੀ ਗਿਆ। ਪਏ ਨੇ ਸੁਖ ਸਾਧਨ, ਪਏ ਨੇ 36 ਪ੍ਰਕਾਰ ਦੇ ਭੋਜਨ, ਬਣਾ ਲਏ ਨੇ ਮਹਿਲ ਮਾੜੀਆਂ, ਬਹੁਤ ਸਾਰੀਆਂ ਮਾਣ ਪਦਵੀਆਂ ਵੀ ਪ੍ਰਾਪਤ ਕਰ ਲਈਆਂ, ਦੌੜ ਭੱਜ ਕੀਤੀ, ਕਿਸੇ ਨੂੰ ਪਛਾੜਿਆ, ਕਿਸੇ ਨੂੰ ਮਾਰਿਆ, ਕਿਸੇ ਨੂੰ ਨਿੰਦਿਆ, ਅਪਮਾਨਿਤ ਕੀਤਾ, ਆਪਣਾ ਮਾਨ ਵਧਾਉਣ ਲਈ। ਇਹ ਸਾਰਾ ਕੁਝ ਅਡੰਬਰ ਰਚਾਇਆ। ਅੰਤਮ ਨਤੀਜਾ ਕੀ ਹੈ? ਪਾਤਸ਼ਾਹ ਕਹਿੰਦੇ ਇੱਥੇ ਮੈਂ ਤੁਹਾਨੂੰ ਖੜਾਉਣਾ ਚਾਹੁੰਦਾ, ਇਸ ਸੋਚ ਤੇ ਤੁਹਾਡਾ ਧਿਆਨ ਕੇਂਦਰਿਤ ਕਰਨਾ ਚਾਹੁੰਦਾ। ਕਿੱਥੇ ਪਹੁੰਚਾਉਣਾ ਚਾਹੁੰਦੇ ਹੋ ਆਪਣੇ ਆਪ ਨੂੰ? ਕੀ ਪ੍ਰਾਪਤ ਕਰਨਾ ਚਾਹੁੰਦੇ ਹੋ ਆਪਣੇ ਜੀਵਨ ਦੇ ਵਿੱਚ? ਅਖੀਰ ਦੇ ਵਿੱਚ ਤੇ ਇੱਕੋ ਹੀ ਗੱਲ ਹੈ ਨਾ, ਆਨੰਦ ਵਿੱਚ ਜਿਉਣਾ ਚਾਹੁੰਦੇ ਆ, ਸੁੱਖ ਵਿੱਚ ਜਿਉਣਾ ਚਾਹੁੰਦੇ ਆ, ਸ਼ਾਂਤੀ ਸੰਤੋਖ ਵਿੱਚ ਜਿਉਣਾ ਚਾਹੁੰਦੇ ਆ, ਨਹੀਂ ਭਟਕਣਾ ਵਿੱਚ, ਦੁੱਖ ਵਿੱਚ, ਚਿੰਤਾ ਵਿੱਚ ਜਿਉਣਾ ਚਾਹੁੰਦੇ। ਫਿਰ ਮਹਾਰਾਜ ਕਹਿੰਦੇ ਇਹਦੇ ਬਾਰੇ ਵਿਚਾਰ ਕਰੋ ਨਾ। ਭਈ ਜਦੋਂ ਤੁਸੀਂ ਕੋਈ ਇੱਛਾ ਕਰਦੇ ਹੋ ਕਿਸੇ ਪਦਾਰਥ ਦੀ, ਪਦਵੀ ਦੀ, ਸੁੱਖਾਂ ਦੀ, ਕਾਹਦੇ ਵਾਸਤੇ? ਤੇ ਜਦੋਂ ਫਿਰ ਉਹਦੇ ਲਈ ਭੱਜ ਨੱਠ ਕਰਦੇ ਹੋ, ਕੁਝ ਮਿਲ ਵੀ ਜਾਂਦਾ ਹੈ, ਫਿਰ ਪੜਚੋਲ ਕਰੋ ਕੁਝ ਮਿਲਿਆ ਕਿ ਨਹੀਂ ਮਿਲਿਆ। ਉਹ ਜਿਹੜਾ ਲੱਭਦੇ ਪਏ ਸੀ ਆਨੰਦ ਸੁੱਖ, ਕਿ ਦੁਨੀਆ ਨੂੰ ਸਿਰਫ ਦਿਖਾਉਣ ਵਾਸਤੇ, ਆ ਦੇਖੋ ਮੈਂ ਐਡਾ ਵੱਡਾ ਹੋ ਗਿਆ, ਮੈਂ ਐਡਾ ਗਿਆਨੀ ਹੋ ਗਿਆ, ਮੈਂ ਐਡਾ ਸਮਰੱਥ ਹੋ ਗਿਆ, ਆਗੂ ਹੋ ਗਿਆ, ਰਾਜਾ ਬਣ ਗਿਆ, ਅਮੀਰ ਭੂਮੀਪਤੀ ਹੋ ਗਿਆ, ਵਗੈਰਾ ਵਗੈਰਾ, ਕਿੰਨਾ ਕੁਛ ਸਾਡੇ ਆਲੇ ਦੁਆਲੇ ਦੇਖਦੇ ਪਏ ਹਾਂ, ਅਸੀਂ ਆਪਣੇ ਜੀਵਨ 'ਚ ਦੇਖਦੇ ਪਏ ਹਾਂ। ਪਰ ਪਾਤਸ਼ਾਹ ਕਹਿੰਦੇ ਇਹ ਸਾਰਾ ਜਿਹੜਾ ਅਡੰਬਰ ਹੈ, ਦਿਨੇ ਰਾਤ ਦੀ ਦੌੜ ਭੱਜ ਹੈ, ਬੰਦਾ ਕੀ ਪ੍ਰਾਪਤ ਕਰ ਰਿਹਾ ਇਹਦੇ ਵਿੱਚੋਂ? ਦਾਤਾਰ ਜੀ ਕਹਿੰਦੇ ਮੈਂ ਤੇ ਇਹ ਵੀ ਦੇਖਦਾ, ਜਿਹੜੇ ਇਸ ਸੰਸਾਰ ਦੇ ਲੋਕਾਂ ਨੂੰ ਦੁਖੀ ਦੇਖ ਕੇ, ਚਿੰਤਾਤੁਰ ਦੇਖ ਕੇ, ਇਸ ਸੰਸਾਰ ਨੂੰ ਦੁੱਖਾਂ ਦਾ ਘਰ ਕਹਿ ਕੇ, ਮਿਥਿਆ ਕਹਿ ਕੇ, ਕੂੜ ਕਹਿ ਕੇ ਇਹਨੂੰ ਛੱਡਦੇ ਨੇ, ਆਪਣੇ ਆਪ ਨੂੰ ਤਿਆਗੀ, ਉਦਾਸੀ ਕਹਾਉਂਦੇ ਨੇ, ਸਾਧੂ ਮਹਾਤਮਾ ਕਹਾਉਂਦੇ ਨੇ। ਮਹਾਰਾਜ ਕਹਿੰਦੇ ਮੈਂ ਤੇ ਉਹਨਾਂ ਦਾ ਜੀਵਨ ਵੀ ਦੇਖਦਾ, ਉੱਥੇ ਵੀ ਇਹੋ ਹੀ ਬਿਰਤੀਆਂ ਨੇ। ਉਹਨਾਂ ਕੋਲ ਭਾਵੇਂ ਦੁਨੀਆ ਦੀਆਂ ਮਾਣ ਪਦਵੀਆਂ ਹੈ ਕਿ ਨਹੀਂ ਹਨ, ਭਾਵੇਂ ਉਹਨਾਂ ਦੇ ਪਰਿਵਾਰ ਹੈ ਕਿ ਨਹੀਂ ਹਨ, ਭਾਵੇਂ ਉਹਨਾਂ ਦੇ ਕੋਲ ਸੰਸਾਰਕ ਸੁੱਖ ਹੈ ਕਿ ਨਹੀਂ, ਛੱਡ ਗਏ, ਜੰਗਲਾਂ 'ਚ ਬਹਿ ਗਏ, ਗੁਫਾਵਾਂ 'ਚ ਬਹਿ ਗਏ, ਦਰਿਆਵਾਂ ਕੰਢੇ ਬਹਿ ਗਏ, ਤੀਰਥਾਂ 'ਤੇ ਬਹਿ ਗਏ, ਆਨੰਦ ਹੈ ਕਿ ਨਹੀਂ ਹੈ? ਮਹਾਰਾਜ ਕਹਿੰਦੇ ਮੈਂ ਤੇ ਦੇਖਦਾ ਉੱਥੇ ਵੀ ਹੌਂ ਹੀ ਚੱਲੀ ਜਾਂਦੀ ਹੈ, ਉੱਥੇ ਵੀ ਮੈਂ ਹੀ ਚੱਲੀ ਜਾਂਦੀ ਹੈ। ਕਿਸੇ ਨੇ ਤਪ ਸਾਧਨਾ ਕਰ ਲਈ, ਥੋੜ੍ਹੀਆਂ ਬਹੁਤ ਧਾਰਮਿਕ ਸ਼ਕਤੀਆਂ ਆ ਗਈਆਂ, ਰਿੱਧੀਆਂ ਸਿੱਧੀਆਂ ਆ ਗਈਆਂ, ਫਿਰ ਉਹੀ ਹੌਂ ਮੈਂ ਦੇ ਵਿੱਚ ਬੱਝੇ ਹੋਏ। ਜੇ ਕਿਸੇ ਨੇ ਪੂਜਾ ਮਾਨਤਾ ਕਰਤੀ, ਮੱਥੇ ਟੇਕਤੇ, ਕੋਈ ਚੜਾਤਾ, ਤੇ ਹੰਕਾਰ 'ਚ ਭਰ ਗਏ ਕਿ ਮੇਰੇ ਵਰਗਾ ਸਾਧੂ ਮਹਾਤਮਾ, ਤਿਆਗੀ, ਉਦਾਸੀ ਇਸ ਸੰਸਾਰ ਵਿੱਚ ਜਿਹਦੀ ਪੂਜਾ ਮਾਨਤਾ ਹੋ ਰਹੀ ਕੌਣ ਹੋ ਸਕਦਾ? ਤੇ ਜੇ ਕੋਈ ਸਾਹਮਣੇ ਟੱਕਰ ਗਿਆ ਆਪਣੇ ਤੋਂ ਅੱਗੇ ਪੂਜਾ ਮਾਨਤਾ ਵਾਲਾ, ਤੇ ਫਿਰ ਈਰਖਾ ਨਾਲ ਭਰ ਗਏ। ਕਿਸੇ ਨੇ ਪੂਜਾ ਮਾਨਤਾ ਕਰਤੀ ਤੇ ਉਸ ਨੂੰ ਵਰ ਵਾਲੀ ਬਿਰਤੀ ਕਰਤੀ, ਤੇ ਜਿਸ ਨੇ ਨਹੀਂ ਕੀਤੀ ਉਹਨੂੰ ਸਰਾਪ ਵਾਲੀ ਬਿਰਤੀ। ਮਹਾਰਾਜ ਕਹਿੰਦੇ ਇਹ ਹਉਮੈ ਦਾ ਮੈਂ ਇਹਨਾਂ ਲੋਕਾਂ ਵਿੱਚ ਵੀ ਦੇਖਦਾ ਪਸਾਰਾ। ਸੁੱਖ ਆਨੰਦ ਕਿੱਥੇ ਹੈ? ਟਿਕਾਊ ਕਿੱਥੇ ਹੈ? ਅਡੋਲਤਾ ਕਿੱਥੇ ਹੈ? ਸ਼ੁਕਰਾਨਾ ਕਿੱਥੇ ਹੈ? ਭਰੇ ਪਏ ਨੇ ਮਹਾਰਾਜ ਕਹਿੰਦੇ ਦੁਨੀਆ ਦੇ ਲੋਕ ਸ਼ਿਕਵਿਆਂ ਨਾਲ। ਇਹਦੇ ਵਿੱਚ ਮੇਰੇ ਕੋਲ ਚੱਲ ਕੇ ਆਉਣ ਵਾਲਿਆ, ਗੁਰੂ ਪਾਤਸ਼ਾਹ ਕਹਿੰਦੇ ਆਪਣੇ ਆਪ ਨੂੰ ਵਿਚਾਰਿਆ ਕਰ, ਬੈਠਿਆ ਕਰ ਆਪਣੇ ਆਪ ਨਾਲ, ਗੁਰੂ ਦੇ ਸ਼ਬਦ ਨੂੰ ਆਧਾਰ ਬਣਾ ਕੇ ਆਪਣੀ ਪੜਚੋਲ ਕਰ, ਆਪਣੇ ਮਨ ਦੀ, ਆਪਣੀ ਮਤ ਦੀ, ਆਪਣੀ ਮਨੋ ਅਵਸਥਾ ਦੀ, ਆਪਣੇ ਵਿਚਾਰਾਂ ਦੀ, ਆਪਣੇ ਕਰਮਾਂ ਦੀ, ਆਪਣੇ ਸੁਭਾਅ ਦੀ। ਦੁਨੀਆ ਦੇ ਵਿੱਚ ਕਿਸ ਤਰ੍ਹਾਂ ਦਾ ਕਾਰਜ ਖੇਤਰ ਹੈ ਤੇਰਾ, ਇਹ ਨਹੀਂ, ਇਸ ਕਾਰਜ ਖੇਤਰ ਵਿੱਚ ਵਿਚਰਦਿਆਂ ਕਿਸ ਰੂਪ ਦੇ ਵਿੱਚ ਵਿਚਰ ਰਹੇ ਹਾਂ? ਜੁੜ ਕੇ ਵਿਚਰ ਰਹੇ ਹਾਂ, ਸ਼ੁਕਰਾਨੇ ਵਿੱਚ ਵਿਚਰ ਰਹੇ ਹਾਂ, ਕਿ ਟੁੱਟਿਆ ਹੋਇਆ ਦੁਨੀਆ ਵਾਂਗ ਸ਼ਿਕਵਿਆਂ ਨਾਲ ਭਰਿਆ? ਬਸ ਇਸ ਗੱਲ ਨੂੰ ਸਾਨੂੰ ਸਮਝਾਉਣ ਵਾਸਤੇ ਅੱਜ ਗੁਰੂ ਦੇਵ ਨੇ ਇਹ ਬਖਸ਼ਿਸ਼ ਕੀਤਾ ਹੈ। ਮਹਾਰਾਜ ਕਹਿੰਦੇ ਯਾਦ ਰੱਖਿਓ, ਮੈਂ ਤੁਹਾਨੂੰ ਜਦੋਂ ਵੀ ਮਾਇਆ ਦੇ ਸੰਬੰਧ ਵਿੱਚ ਗੱਲ ਕਰਾਂਗਾ ਤਾਂ ਉੱਥੇ ਇਹ ਨਾ ਖਿਆਲ ਕਰਿਓ ਕਿ ਧਨ ਦੌਲਤ ਦੀ ਮੈਂ ਗੱਲ ਕਰ ਰਿਹਾ, ਪਈ ਧਨ ਦੌਲਤ ਨਹੀਂ ਹੋਣੀ ਚਾਹੀਦੀ ਹੈ। ਧਨ ਦੌਲਤ ਜਿਹੜੀ ਹੈ, ਇਹ ਪੈਸਾ ਟਕਾ ਜਿਹੜਾ ਹੈ, ਇਹ ਦੁਨੀਆ ਦੇ ਸੁੱਖ ਸਾਧਨ ਜਿਹੜੇ ਨੇ, ਇਹ ਮਾਇਆ ਨੇ, ਇਹ ਨਹੀਂ ਪ੍ਰਾਪਤ ਕਰਨੇ, ਐਸਾ ਕੁਛ ਨਹੀਂ ਹੈ। ਯਾਦ ਰੱਖੀਏ ਇਸ ਗੱਲ ਨੂੰ ਕਿ ਗੁਰੂ ਦੇਵ ਨੇ ਸਾਨੂੰ ਬਾਣੀ ਦੇ ਵਿੱਚ ਬਾਰ-ਬਾਰ ਇਸ ਗੱਲ ਦੀ ਪ੍ਰੇਰਨਾ ਦਿੱਤੀ ਹੈ ਕਿ ਤੁਸੀਂ ਹੱਥ ਅੱਡਣ ਵਾਲੇ ਨਹੀਂ,
ਦੁਨੀਆ ਸਾਹਮਣੇ ਮੈਂ ਤੁਹਾਨੂੰ ਹੱਥ ਅੱਡਣ ਵਾਲਿਆਂ ਦੇ ਵਿੱਚ, ਮੰਗਣ ਵਾਲਿਆਂ ਦੇ ਵਿੱਚ ਨਹੀਂ ਖੜਾਉਣਾ ਚਾਹੁੰਦਾ। ਮੈਂ ਉਸ ਸ਼੍ਰੇਣੀ ਵਿੱਚ ਨਹੀਂ ਜਿੱਥੇ ਦੁਨੀਆ ਦੇ ਮੁਤਾਜ ਬਣ ਕੇ ਤੁਸੀਂ ਜੀਓ। ਮੁਤਾਜੀ ਤੇ ਸਿਰਫ ਕੇਵਲ ਤੇ ਕੇਵਲ ਗੁਰੂ ਦੀ ਤੇ ਵਾਹਿਗੁਰੂ ਦੀ ਹੋਵੇ, ਮੰਗਣਾ ਤੇ ਕੇਵਲ ਗੁਰੂ ਕੋਲੋਂ, ਵਾਹਿਗੁਰੂ ਕੋਲੋਂ ਹੋਵੇ, ਦੁਨੀਆ ਦੇ ਕੋਲੋਂ ਨਹੀਂ। ਤੇ ਇਹਦੇ ਲਈ ਤੁਹਾਡੇ ਕੋਲ ਇੰਨੀ ਸਮਰੱਥਾ ਹੋਵੇ, ਗੁਰੂ ਦੇ ਸ਼ਬਦ ਰਾਹੀਂ ਇਹੋ ਜਿਹੀ ਸਮਝ ਹੋਵੇ ਤੁਹਾਡੇ ਕੋਲ ਕਿ ਤੁਸੀਂ ਕਿਰਤ ਕਰਦਿਆਂ ਵੰਡ ਛਕ ਸਕੋ, ਦੂਜਿਆਂ ਨੂੰ ਦੇਣ ਜੋਗੇ ਹੋਵੋ। ਦੁਨੀਆ ਕੋਲੋਂ ਮੰਗਣ ਵਾਸਤੇ ਨਹੀਂ, ਦੁਨੀਆ ਨੂੰ ਕੁਝ ਦੇਣ ਜੋਗੇ ਹੋਵੋ। ਇਸ ਕਰਕੇ ਤੁਹਾਡੀ ਕੀਰਤ ਨਾਲ ਜੁੜ ਕੇ ਇਸ ਤਰ੍ਹਾਂ ਦੀ ਹੋਵੇ ਕਿ ਤੁਸੀਂ ਵੰਡ ਕੇ ਛਕ ਸਕੋ। ਤੇ ਵੰਡ ਕੇ ਤੇ ਤਦੋਂ ਹੀ ਛਕੋਗੇ ਨਾ ਜੇ ਤੁਹਾਡੇ ਕੋਲ ਕੁਝ ਆਪਣੇ ਕੋਲ ਕਮਾਇਆ ਖੱਟਿਆ ਹੋਵੇਗਾ, ਧਨ ਪਦਾਰਥ ਹੋਣਗੇ, ਤੁਹਾਡੇ ਕੋਲ ਸੁਖ ਸਾਧਨ ਹੋਣਗੇ। ਤੇ ਜੇ ਨਹੀਂ ਹੈ ਤੇ ਦੁਨੀਆ ਦੇ ਨਾਲ ਤੇ ਕੀ ਵੰਡ ਕੇ ਛਕਣਾ ਤੁਸੀਂ? ਆਪਣੇ ਘਰ ਦੇ ਵਿੱਚ ਵੀ ਕੋਈ, ਆਪਣੇ ਘਰ ਦੇ ਜੀ ਜਿਹੜੇ ਨੇ ਉਹਨਾਂ ਨਾਲ ਵੀ ਤੁਸੀਂ ਸੁਖ ਸੰਤੁਸ਼ਟੀ ਨਾਲ ਜੀਵਨ ਬਸਰ ਨਹੀਂ ਕਰ ਸਕਦੇ। ਘਰ ਕੋਈ ਆ ਵੀ ਗਿਆ ਤੇ ਉਸ ਦੀ ਤੁਸੀਂ ਆਓ ਭਗਤ ਨਹੀਂ ਕਰ ਸਕਦੇ ਜੇ ਤੁਹਾਡੇ ਕੋਲ ਸੁਖ ਸਾਧਨ ਨਹੀਂ ਹਨ। ਜੇ ਤੁਹਾਡੇ ਕੋਲ ਕੋਈ ਧਨ ਦੌਲਤ ਨਹੀਂ ਹੈ, ਪਦਾਰਥ ਨਹੀਂ ਹੈ, ਤੇ ਆਏ ਹੋਏ ਘਰ ਦੇ ਵਿੱਚ ਮਹਿਮਾਨ ਨੂੰ ਵੀ ਤੁਸੀਂ ਮਾਣ ਆਦਰ ਨਹੀਂ ਦੇ ਸਕਦੇ, ਕੁਝ ਛਕਾ ਨਹੀਂ ਸਕਦੇ, ਉਸ ਦੀ ਆਓ ਭਗਤ ਨਹੀਂ ਕਰ ਸਕਦੇ। ਬੜੇ ਪਿਆਰੇ ਪ੍ਰਮਾਣ ਬਾਣੀ ਦੇ ਵਿੱਚ ਦਿੱਤੇ ਨੇ। ਔਰ ਇਸੇ ਕਰਕੇ ਸੱਚੇ ਪਾਤਸ਼ਾਹ ਨੇ ਮਾਇਆ ਦੀ ਗੱਲ ਕਰਦਿਆਂ ਜਦੋਂ ਧਨ ਦੌਲਤ ਦੀ ਗੱਲ ਕੀਤੀ ਹੈ, ਸੱਚੇ ਪਾਤਸ਼ਾਹ ਕਹਿੰਦੇ ਇਹ ਬਹੁਤ ਕੀਮਤੀ ਚੀਜ਼ ਹੈ। ਇਹ ਧਿਆਨ ਦੇਣਾ ਗੁਰੂ ਪਿਆਰਿਓ, ਕਿੱਥੇ ਖੜਾਉਣਾ ਚਾਹੁੰਦੇ ਆ ਸਤਿਗੁਰੂ ਸਾਨੂੰ? ਮਹਾਰਾਜ ਕਹਿੰਦੇ ਬਹੁਤ ਕੀਮਤੀ ਚੀਜ਼ ਹੈ ਇਹ, ਬੜੀ ਪਵਿੱਤਰ ਚੀਜ਼ ਹੈ ਧਨ ਦੌਲਤ। ਇਹ ਸੁਖ ਸਾਧਨ ਬਹੁਤ ਮਹੱਤਵਪੂਰਨ ਨੇ ਜੀਵਨ ਦੇ ਵਿੱਚ। ਭਗਤ ਕਬੀਰ ਜੀ ਨੇ ਇੱਕ ਬਹੁਤ ਪਿਆਰਾ ਬਚਨ ਇਸ ਪ੍ਰਥਾਏ ਬਾਣੀ 'ਚ ਕੀਤਾ ਹੈ। ਸਾਹਿਬ ਨੇ ਮਾਇਆ ਦੀ, ਧਨ ਦੀ, ਦੌਲਤ ਦੀ ਗੱਲ ਕਰਦਿਆਂ ਪ੍ਰਮਾਣ ਦਿੱਤਾ। ਕਹਿੰਦੇ ਇਹ ਘਰ ਦੀ ਸ਼ੋਭਾ ਏ, ਇਹ ਜਿਹੜਾ ਧਨ ਪਦਾਰਥ ਹੈ ਨਾ, ਇਹ ਘਰ ਦੀ ਸ਼ੋਭਾ। ਤੇ ਜੇ ਇਹ ਨਾ ਹੋਵੇ ਨਾ ਤੇ ਸ਼ੋਭਨੀਕ ਨਹੀਂ ਰਹਿੰਦਾ ਬੰਦਾ, ਮਾਣ ਪਿਆਰ ਨਹੀਂ ਮਿਲਦਾ ਉਸ ਨੂੰ। ਸਾਹਿਬ ਕਹਿੰਦੇ ਗ੍ਰਹਿ ਸ਼ੋਭਾ ਜਾ ਕੇ ਰੇ ਨਾਹੇ, ਆਵਤ ਪਈਆ ਖੁਦੇ ਜਾਹੇ। ਜੇ ਇਹ ਘਰ ਦੀ ਸ਼ੋਭਾ ਭਾਵ ਧਨ ਪਦਾਰਥ ਤੁਹਾਡੇ ਕੋਲ ਨਾ ਹੋਣ, ਸੁਖ ਸਾਧਨ ਘਰ ਦੇ ਵਿੱਚ ਨਾ ਹੋਣ, ਪਈਆ ਭਾਵ ਪ੍ਰਾਹੁਣਾ ਮਹਿਮਾਨ ਘਰ ਵਿੱਚ ਆ ਗਏ, ਤੇ ਉਸ ਦੀ ਸੇਵਾ ਭਗਤੀ ਕਿੱਥਾਂ, ਉਹਦੀ ਸੇਵਾ ਕਿਵੇਂ ਕਰੋਗੇ, ਮਾਣ ਕਿਵੇਂ ਕਰੋਗੇ ਉਹਦਾ? ਕੋਈ ਛਕਣ ਛਕਾਉਣ ਵਾਸਤੇ ਤੁਹਾਡੇ ਕੋਲ ਨੇ। ਮਹਾਰਾਜ ਕਹਿੰਦੇ ਆਵਤ ਪਈਆ ਖੁਦੇ ਜਾਹੇ। ਖੁਦੇ ਦਾ ਭਾਵ ਉਹ ਅਸੰਤੁਸ਼ਟ ਹੋ ਕੇ ਜਾਏਗਾ। ਘਰ ਆਇਆ ਸਾਡੇ ਕੋਈ, ਚਾਹ ਹੁੰਦਾ ਹੈ, ਚਾਹ ਪਾਣੀ ਪੁੱਛਦੇ ਹਾਂ ਅਸੀਂ, ਬੈਠੋ ਪ੍ਰਸ਼ਾਦਾ ਤਿਆਰ ਕਰੀਏ, ਕੁਛ ਛਕਣ ਵਾਸਤੇ ਕੁਛ 100 ਤਰੀਕੇ ਨਾਲ ਅਸੀਂ ਪਿਆਰ ਸਤਿਕਾਰ 'ਚ ਪੁੱਛਦੇ ਹਾਂ। ਪਰ ਮਹਾਰਾਜ ਕਹਿੰਦੇ ਜੇ ਹੋਏਗਾ ਪੱਲੇ ਘਰ ਕੁਛ ਹੋਏਗਾ ਤੇ ਤਾਂ ਹੀ ਛਕਾਓਗੇ ਨਾ, ਗੱਲਾਂ ਨਾਲ ਤੇ ਨਹੀਂ ਸਰਨਾ। ਤੇ ਜੇ ਅਗਲਾ ਹੁਣ ਮੰਗ ਲਵੇ ਪ੍ਰਸ਼ਾਦਾ ਚਾਹ ਪਾਣੀ, ਤੇ ਫਿਰ ਜੇ ਘਰ ਵਿੱਚ ਹੋਏਗਾ ਹੀ ਨਹੀਂ ਤੇ ਦਾਤਾਰ ਜੀ ਕਹਿੰਦੇ ਅਸੰਤੁਸ਼ਟ ਜਾਏਗਾ ਨਾ, ਤੇ ਘਰ ਵਾਲੇ ਨੂੰ ਵੀ ਸ਼ਰਮਿੰਦਗੀ ਹੋਏਗੀ, ਸੰਤੋਖ ਨਹੀਂ ਹੋਏਗਾ। ਜੇ ਕਿਤੇ ਹੁੰਦਾ ਘਰ ਵਿੱਚ ਤੇ ਮਹਿਮਾਨ ਨੂੰ ਕੁਛ ਆਦਰ ਸਤਿਕਾਰ ਦੇ ਸਕਦੇ, ਕੁਛ ਛਕਾ ਸਕਦੇ। ਮਹਾਰਾਜ ਕਹਿੰਦੇ ਗ੍ਰਹਿ ਸ਼ੋਭਾ ਜਾ ਕੇ ਰੇ ਨਾ ਹੈ, ਆਵਤ ਪਈਆ ਖੁਦੇ ਜਾਹੇ, ਵਾਕੈ ਅੰਤਰ ਨਹੀਂ ਸੰਤੋਖ, ਬਿਨ ਸੁਹਾਗਨ ਲਾਗੈ ਦੋਖ। ਪਾਤਸ਼ਾਹ ਕਹਿੰਦੇ ਇਹ ਨਾ ਹੋਵੇ ਨਾ ਤੇ ਦੋਸ਼ ਆਉਂਦਾ। ਗਏ ਸੀਗੇ, ਚਾਹ ਪਾਣੀ ਵੀ ਨਹੀਂ ਪੁੱਛਿਆ, ਆਓ ਭਗਤ ਵੀ ਨਹੀਂ ਕੀਤੀ। ਪਾਤਸ਼ਾਹ ਕਹਿੰਦੇ ਧਨ ਸੁਹਾਗਨ ਮਹਾ ਪਵੀਤ। ਇਹ ਤੇ ਬੜੀ ਪਵਿੱਤਰ ਚੀਜ਼ ਹੈ, ਸੁਹਾਗਨ ਹੈ, ਇਹ ਹੋਣਾ ਚਾਹੀਦਾ ਹੈ। ਗੁਰੂ ਕੇ ਸਿੱਖਾ ਤੂੰ ਰੁਲਿਆ ਖੋਲਿਆ ਜੀਵਨ ਨਹੀਂ ਜਿਉਣਾ। ਕਿਰਤ ਕਰਦਿਆਂ ਆਪਣੇ ਆਪ ਨੂੰ ਸੰਸਾਰਕ ਪੱਖ ਤੋਂ, ਧਨ ਪਦਾਰਥਾਂ ਦੇ ਪੱਖ ਤੋਂ, ਸੁਖ ਸਾਧਨਾਂ ਦੇ ਪੱਖ ਤੋਂ ਇੰਨਾ ਕੁ ਸਮਰੱਥ ਬਣਾਉਣਾ ਹੈ ਕਿ ਦੂਜਿਆਂ ਨਾਲ ਵੰਡ ਸਕੇ, ਆਪਣੇ ਗ੍ਰਸਥ ਦੇ ਫਰਜ਼ ਵੀ ਅਦਾ ਕਰ ਸਕੇ, ਗੁਰਸਿੱਖਾਂ ਦੀ ਵੀ, ਧਰਮ ਅਸਥਾਨਾਂ ਦੀ ਵੀ, ਧਾਰਮਿਕ ਕਾਰਜਾਂ ਦੇ ਵਿੱਚ ਵੀ ਲੋੜ ਅਨੁਸਾਰ ਤੂੰ ਹਿੱਸਾ ਪਾ ਕੇ ਸੇਵਾ ਨਿਭਾ ਸਕੇ। ਭਾਈ ਸਾਹਿਬ ਰੋਜ਼ ਬੇਨਤੀਆਂ ਕਰਦੇ ਹੈ, ਇਹ ਸੇਵਾ ਚੱਲ ਰਹੀ ਹੈ, ਇਹ ਸੇਵਾ ਚੱਲ ਰਹੀ ਹੈ, ਇੱਥੇ ਲੋੜਵੰਦਾਂ ਦੀ ਸਹਾਇਤਾ ਹੈ। ਭਾਈ
ਸਾਰੇ ਹਿੱਸਾ ਪਾਓ। ਹੁਣ ਹਿੱਸਾ ਤੇ ਗੁਰਸਿੱਖ ਤਾਂ ਹੀ ਪਾਉਣਗੇ ਨਾ ਜੇ ਆਪਣੇ ਪੱਲੇ ਪਹਿਲਾਂ ਕੁਝ ਹੋਏਗਾ ਤਾਂ, ਜੇ ਹੈ ਹੀ ਨਹੀਂ ਕੋਲ ਤੇ ਪਾਉਣਾ ਕੀ ਹੈ ਐਸਾ। ਇਹ ਕੀਰਤਪੁਰ ਸਾਹਿਬ ਸਾਨੂੰ ਵਾਹਿਗੁਰੂ ਕਰਤਾਰਪੁਰ ਸਾਹਿਬ ਇਹੀ ਸੱਚੇ ਪਾਤਸ਼ਾਹ ਨੇ ਜਾਚ ਸਿਖਾਈ ਸੀ। ਜਦੋਂ ਕਰਤਾਰਪੁਰ ਵਸਾਇਆ ਸੀ ਧੰਨ ਗੁਰੂ ਨਾਨਕ ਸਾਹਿਬ ਨੇ ਜਗਤ ਜਲੰਦੇ ਨੂੰ ਗੁਰੂ ਨਾਲ ਵਾਹਿਗੁਰੂ ਨਾਲ ਜੋੜਦਿਆਂ ਆਨੰਦ ਦਾ ਭਾਗੀ ਬਣਾਉਣ ਦਾ ਸੰਦੇਸ਼ ਦਿੰਦਿਆਂ ਸੰਸਾਰਕ ਸਫ਼ਰ ਦੇ ਅਖੀਰਲੇ ਸਾਲਾਂ ਵਿੱਚ ਜਦੋਂ ਦਾਤਾਰ ਪਾਤਸ਼ਾਹ ਨੇ ਕਰਤਾਰਪੁਰ ਵਸਾਇਆ ਤੇ ਉੱਥੇ ਕੀਤਾ ਕੀ, ਮਹਾਰਾਜ ਕਹਿੰਦੇ ਆਵਾਜ਼ਾਂ ਮਾਰੀਆਂ, ਜਿਹੜੇ ਵੀ ਜਿਸ ਤਰ੍ਹਾਂ ਦੀ ਕਿਰਤ ਕਰਨਾ ਜਾਣਦੇ ਹੈ, ਜਿਹੜੇ ਕਾਰਜ ਵਿੱਚ ਮੁਹਾਰਤ ਹੈ, ਆਓ ਇੱਥੇ ਸਾਰੇ ਆਪਾਂ ਵਾਹਿਗੁਰੂ ਜੀ ਦਾ ਨਗਰ ਵਸਾਈਏ, ਵਾਹਿਗੁਰੂ ਜੀ ਨਾਲ ਜੁੜਨ ਵਾਲਿਆਂ ਦਾ ਨਗਰ ਵਸਾਈਏ। ਪਰ ਇੱਥੇ ਵਾਹਿਗੁਰੂ ਜੀ ਨਾਲ ਜੁੜਨ ਵਾਸਤੇ ਜਿਨ੍ਹਾਂ ਨੇ ਆਉਣਾ ਹੈ ਉਹ ਖਿਆਲ ਰੱਖਿਓ, ਮੈਂ ਇੱਥੇ ਵਿਹਲੇ ਨਹੀਂ ਕਿਸੇ ਨੂੰ ਬੈਠਣ ਦੇਣਾ, ਨਾ ਮੈਂ ਆਪ ਵਿਹਲਾ ਬਹਿਣਾ, ਨਾ ਮੈਂ ਕਿਸੇ ਨੂੰ ਬੈਠਣ ਦੇਣਾ। ਇੱਥੇ ਮੈਂ ਵੀ ਕਿਰਤ ਕਰਾਂਗਾ ਤੇ ਤੁਸੀਂ ਵੀ ਕਿਰਤ ਕਰਨੀ ਹੈ। ਅੰਮ੍ਰਿਤ ਵੇਲੇ ਤੋਂ ਆਪਾਂ ਪਹਿਲਾਂ ਕੀਰਤ ਕਰਾਂਗੇ, ਸ਼ੁਕਰਾਨੇ ਵਿੱਚ ਜੁੜਾਂਗੇ, ਵਾਹਿਗੁਰੂ ਜੀ ਦੀ ਸਿਫਤ ਸਲਾਹ ਵਿੱਚ ਜੁੜਾਂਗੇ, ਫਿਰ ਦਿਨ ਵੇਲੇ ਕਿਰਤ ਕਰਾਂਗੇ। ਤੇ ਮਹਾਰਾਜ ਨੇ 60 ਸਾਲ ਦੀ ਸੰਸਾਰਕ ਸਰੀਰਕ ਉਮਰ ਦੇ ਵਿੱਚ ਜਦੋਂ ਕਰਤਾਰਪੁਰ ਵਸਾਇਆ ਤਾਂ ਆਪ ਹਲ ਵਾਹਿਆ, ਉੱਥੇ ਆਪ ਖੇਤੀ ਕੀਤੀ ਤੇ ਜਿਹੜੇ ਵੀ ਕਾਰਜ ਦੇ ਖੇਤਰ ਦੇ ਕੋਈ ਮਾਹਰ ਬੰਦੇ ਸੀ ਉਹਨਾਂ ਨੂੰ ਬੁਲਾ ਕੇ ਕਰਤਾਰਪੁਰ ਦੇ ਵਿੱਚ ਰੌਣਕਾਂ ਬਣਾਈਆਂ। ਪਰ ਵਿਹਲਾ ਨਹੀਂ, ਸਵੇਰੇ ਵੀ ਕਿਰਤ ਕਰਨੀ ਹੈ, ਵਾਹਿਗੁਰੂ ਕੀਰਤ ਕਰਨੀ ਹੈ, ਸ਼ਾਮ ਨੂੰ ਵੀ ਕੀਰਤ ਕਰਨੀ ਹੈ, ਉੱਠਦਿਆਂ ਬੈਠਦਿਆਂ ਵੀ ਹਾਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ ਵਾਲੀ ਅਵਸਥਾ ਵਿੱਚ ਵਿਚਰਨਾ ਤੇ ਫਿਰ ਵੰਡ ਕੇ ਛਕਣਾ ਹੈ। ਆਨੰਦਪੁਰੀ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਜਦੋਂ ਆਨੰਦਪੁਰ ਸਾਹਿਬ ਵਸਾਇਆ, ਰੌਣਕਾਂ ਹੋ ਗਈਆਂ। ਆਨੰਦ ਦੇ ਛਾਂਦੇ ਲੈਣ ਵਾਸਤੇ ਦੂਰ ਦੁਰਾਡੇ ਤੋਂ ਲੋਕੀ ਚੱਲ ਕੇ ਆਉਂਦੇ ਪਾਤਸ਼ਾਹ ਦੇ ਸਿੱਖ ਸੇਵਕ ਦੇ ਰੂਪ ਵਿੱਚ। ਤਾਂ ਚਰਚਾ ਹੋ ਗਈ ਆਨੰਦਪੁਰ ਦੀ। ਰੋਪੜ ਦਾ ਇੱਕ ਦੌਲੇ ਸ਼ਾਹ ਆਪਣੇ ਆਪ ਨੂੰ ਫਕੀਰ ਕਹਾਉਣ ਵਾਲਾ ਮਨ 'ਚ ਆਇਆ ਕਿ ਜਾ ਕੇ ਦੇਖਾਂ, ਇਹ ਗੁਰੂ ਨਾਨਕ ਸਾਹਿਬ ਦਾ ਫਕੀਰਾਂ ਦਾ ਘਰ ਕਿਹਾ ਜਾਂਦਾ ਹੈ, ਇੱਥੋਂ ਦੀ ਫਕੀਰੀ ਦਾ ਦੇਖਾਂ ਤੇ ਸਹੀ ਆਨੰਦਪੁਰ ਵਿੱਚ ਕੀ ਰੂਪ ਹੈ। ਤੇ ਜਦੋਂ ਦੇਖਿਆ ਸੱਚੇ ਪਾਤਸ਼ਾਹ ਦੇ ਸੋਹਣੇ ਘਰ ਨੇ, ਸੋਹਣੇ ਨਗਰ ਵਸਿਆ ਹੋਇਆ, ਰੌਣਕਾਂ ਲੱਗੀਆਂ ਨੇ, ਹਰ ਤਰ੍ਹਾਂ ਦਾ ਧਨ ਪਦਾਰਥ ਵੀ ਨਜ਼ਰ ਆ ਰਿਹਾ, ਉੱਥੇ ਲੰਗਰ ਵੀ ਚੱਲ ਰਹੇ ਨੇ, ਵਧੀਆ ਤੋਂ ਵਧੀਆ ਸ਼ਬਦ ਦਾ ਲੰਗਰ ਵੀ ਚੱਲ ਰਿਹਾ ਹੈ। ਤੇ ਦੇਖ ਕੇ ਉਹਦੇ ਮਨ 'ਚ ਸ਼ੰਕਾ ਹੋਇਆ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਪੁੱਛਦਾ ਹੈ ਕਿ ਇਹ ਕਿਸ ਤਰ੍ਹਾਂ ਦੀ ਫਕੀਰੀ ਹੈ। ਮੈਂ ਤੇ ਸੁਣਿਆ ਗੁਰੂ ਨਾਨਕ ਦਾ ਘਰ ਫਕੀਰਾਂ ਦਾ ਘਰ ਹੈ, ਪਰ ਇੱਥੇ ਤੇ ਮੈਨੂੰ ਮਾਇਆ ਦਾ ਪਸਾਰਾ ਹੀ ਨਜ਼ਰ ਆਉਂਦਾ ਹੈ। ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਜੋ ਜਵਾਬ ਦਿੱਤਾ ਹੈ ਉਹੀ ਅੱਜ ਦੇ ਇਸ ਸ਼ਬਦ ਵਿੱਚ ਗੁਰੂਦੇਵ ਬਚਨ ਕਰਦੇ ਹੈ। ਮਹਾਰਾਜ ਕਹਿੰਦੇ ਦੌਲੇ ਸ਼ਾਹ ਜੀ ਯਾਦ ਰੱਖਿਓ, ਗੁਰੂ ਨਾਨਕ ਨੇ ਮਾਇਆ ਨਹੀਂ त्यागी थी, माया का मोह त्यागया था, माया की पकड़ त्यागी थी। कहते यह गल समझा गई, माया नहीं त्यागनी, सुख साधन नहीं त्यागने, कर्म नहीं त्यागने, किरत नहीं त्यागनी, प्राप्त करो जो कुछ भी इस संसार दे विच लोड़ींदा है प्राप्त करो। पर महाराज कहते प्राप्त करदे हाँ एक तां सुकृत नहीं छड्डनी, एक वाहिगुरू जी की कीरत नहीं छड्डनी। फिर तुहानूं ये ना धन पदार्थ कुछ कहणगे, ना रंग तमाशे कुछ कहणगे, ना दुनिया दे विच विचरदे आ तुहानूं वाहिगुरू जी नालों टुटण दा ये त्रै गुणी पसारे दा कोई प्रभाव वाहिगुरू जी नालों तोड़ के बेसंजमा कर सकेगा। गुरु दे शब्द दे ओट आसरे विच, गुरु दे शब्द दी अगवाई विच जदों तुरोंगे ਤਾਂ ਤੁਸੀਂ ਸੰਤਤਾਈ ਦੀ ਅਵਸਥਾ ਵਿੱਚ ਆ ਜਾਓਗੇ। ਇੱਥੇ ਮਹਾਰਾਜ ਨੇ ਅੱਜ ਰਹਾਉ ਦੀ ਪੰਕਤੀ ਵਿੱਚ ਜਿਹੜਾ ਬਚਨ ਕੀਤਾ ਹੈ, ਮਹਾਰਾਜ ਕਹਿੰਦੇ ਸਾਰੀ ਦੁਨੀਆ ਇਸ ਮੋਹ ਮਾਇਆ ਮਮਤਾ ਦੀ ਨਾਗਣੀ ਦੇ ਵਸ ਪਈ ਹੋਈ ਡੱਸੀ ਜਾ ਰਹੀ, ਰੋ ਰਹੀ, ਕੁਰਲਾ ਰਹੀ ਹੈ, ਬੇਚੈਨ ਅਸ਼ਾਂਤ ਚਿੰਤਾਤੁਰ ਜ਼ਿੰਦਗੀ ਬਤੀਤ ਕਰ ਰਹੀ ਹੈ ਲੁਕਾਈ। ਪਰ ਇਹਦੇ ਵਿੱਚ ਕੁਝ ਐਸੇ ਵੀ ਖੁਸ਼ਕਿਸਮਤ ਇਨਸਾਨ ਨੇ ਜਿਹੜੇ ਵਾਹਿਗੁਰੂ ਜੀ ਦੇ ਪਿਆਰ ਵਿੱਚ, ਵਾਹਿਗੁਰੂ ਜੀ ਦੀ ਸਿਫਤ ਸਲਾਹ ਦੀ ਯਾਦ ਦੇ ਵਿੱਚ ਜੁੜੇ ਸਤ ਦੇ ਨਾਲ ਸੰਗ ਕਰਦੇ ਆਪਣੇ ਜੀਵਨ ਵਿੱਚ ਇਸ ਮਾਇਆਵੀ ਬਿਰਤੀਆਂ ਦੇ, ਹਉਮੈ ਦੇ, ਵਿਕਾਰੀ ਬਿਰਤੀਆਂ ਦੇ ਪ੍ਰਭਾਵ ਤੋਂ ਮੁਕਤ ਹੋ ਕੇ ਸ਼ਿਕਵਿਆਂ ਵਿੱਚ ਨਹੀਂ, ਬੇਚੈਨੀ ਅਸ਼ਾਂਤੀ ਵਿੱਚ ਨਹੀਂ, ਸ਼ੁਕਰਾਨੇ ਦੀ ਆਨੰਦਮਈ ਅਵਸਥਾ ਵਿੱਚ ਵਿਚਰਦੇ ਨੇ। ਪਾਤਸ਼ਾਹ ਜ਼ਿਕਰ ਕਰਦੇ ਰਹਾਉ ਦੀ ਪੰਕਤੀ ਵਿੱਚ, माया व्यापत बहु प्रकारी, संत जीवै प्रभ ओट तुम्हारी। हे वाहिगुरू जी, मैं देख रहा इस संसार के लोगों का वरतारा जीवन का, तो इत्थे कई ढंगां नाल इस मायावी बिरती ने
इस मायावी बिरती विच ही गुरु प्यारिओ काम क्रोध लोभ मोह अहंकार ईर्खा द्वेष निंदिया चुगली ये सब इसे माया दे विच ही वाहिगुरु जी दे बनाए हुए गुरु ने गिणे हैं भी ये सारा कुछ माया ही है। जदों बंदा काम दे विच बेसंजमा हो जाता है, भुल जाता है माड़े चंगे नतीजियां नूं, वासनावां दी बिरती भर जाती है, ये भी माया है। ते जे क्रोध दे विच विचर के उस नूं भुल गया, माड़े चंगे नतीजियां दा ख्याल भुल गया, वो भी माया है। जे हंकार विच उच्चे बोल बोलदा है, जे किसी नाल ईर्खा करदा है, ईर्खा वस किसी नाल खोहा खिंजी वाली बिरती अधीन धोखा फरेब झूठ बोलदा करदा है, ये भी माया है। पातशाह जी ने इस माया दा ये बहु पक्षां तो विस्तार प्रभाव बयान करदिआं आखिया कि इन्हां विचों कुछ ऐसे भी लोग ने जिहड़े रहिंदे इत्थे ने पर उन्हां दे उत्ते ये माया प्रभाव नहीं पा सकती, भाव उन्हां दे जीवन नूं बेसंजमा नहीं कर सकती, उन्हां दे जीवन नूं कुराहे नहीं पा सकती, उन्हां दे जीवन विच खुआरी नहीं आ सकती। वो कौन ने? महाराज कहंदे जिन्हां दी लिव जुड़ी हुई है, वो रहिंदे इस संसार विच ने, कोई संसार नूं छड्डण दी उन्हां नूं लोड़ महसूस ही नहीं हुंदी। कह नानक गुर प्रसादी जिन्हां लिव लागी तिनी विचे माया पाया। इस संसार विच रहिंदिआं ही काम क्रोध लोभ मोह अहंकार वाले इस संसार विच रहिंदिआं ही महाराज कहंदे वो ईर्खा द्वेष निंदिया चुगली तो उपर उठ जांदे ने। दुनिया दीआं निगाहां विच ये सारा कुछ प्राप्त करना भी उन्हां नूं लगदा है, पर नाल ही इहनूं प्राप्त करके रोई भी जांदे आ। महाराज कहंदे ये मिथ्या जी झूठी जी जिंदगी, इसे नूं महाराज ने कूड़ राजा कूड़ प्रजा कूड़ सब संसार आखिया। पर जिहड़े जुड़े हुए ने महाराज कहंदे उन्हां वास्ते ये कूड़ नहीं है, उन्हां वास्ते मिथ्या नहीं है, उन्हां वास्ते की है? ये जग सच्चे की है कोठड़ी सच्चे का विश्वास। इन्हां नूं इस संसार नूं ओ कूड़ मिथ्या दुखां दा घर नहीं बल्कि वाहिगुरू जी का निवास स्थान समझ के ਇਹਦੇ ਵਿੱਚੋਂ ਵਾਹਿਗੁਰੂ ਜੀ ਦੇ ਦਰਸ਼ਨ ਕਰਨ ਦੀ ਜਾਚ ਸਿੱਖ ਲੈਂਦੇ ਨੇ। ਇੱਥੇ ਹੀ ਉਹ ਵਾਹਿਗੁਰੂ ਜੀ ਦੇ ਨਾਲ ਜੁੜ ਕੇ ਵਾਹਿਗੁਰੂ ਜੀ ਦੇ ਦਰਸ਼ਨ ਕਰਦੇ ਆ, ਇੱਥੇ ਆਪਣੀ ਸੋਚ ਨੂੰ ਸਮਝ ਨੂੰ ਲੈ ਆਉਂਦੇ ਨੇ। ਸਭ ਮਹਿ ਜੋਤ ਜੋਤ ਹੈ ਸੋਏ ਤਿਸਦਾ ਚਾਨਣ, ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ। ਤੇ ਇੱਥੋਂ ਹੀ ਫਿਰ ਉਹਨਾਂ ਦੇ ਅੰਦਰੋਂ ਇਹ ਆਵਾਜ਼ ਨਿਕਲਦੀ ਹੈ, ਮੰਦਾ ਕਿਸਨੋਂ ਆਖੀ ਹੈ ਜਾਂ ਤਿਸ ਬਿਨ ਕੋਈ ਨਾ ਹੈ, बुरा भला किनू आखा मैं, बुरा भला कहो किसनों कही है, सगले जी तुम्हारे। इत्थे आके दातार जी कहते फर्क पै जाता है। ये संत कौन ने? ये भेख वाले संत नहीं, भेख की अपनी एक वखरी महिमा होगी, मैं अज समा नहीं उस पासे जावां। संत ताई ते महाराज कहते एक अवस्था है जिहड़ी जुड़िया होयां नूं गुरु बख्श दिंदे ने। सफल दर्शन पेखत पुनीत, परसत चरण गत निर्मल रीत, भेटत संग राम गुण रवे, पार ब्रह्म की दरगाह गवे, सुन कर बचन करने आगाने, मन संतोख आत्म पतियाने, पूरा गुर अख्यो जाका मंत्र, अमृत दृष्ट पेख होए संत। जदों गुरु अपना शब्द बख्श के, वो शब्द जिहड़ा कदी ना नाश होने वाला ज्ञान है, जिसनों वो बख्श देंदे ने ते मेहर दी नगाह नाल उस शब्द दी कमाई दी दात दे दिंदे आ। मारे कहंदे वो संत हो जाता है। वो संत ताई उहदी अवस्था है मन दी। वो फिर भेख किस तरह दा पाउंदा है इहदे नाल नहीं फर्क पैंदा, फर्क ते पैंदा मन दी अवस्था नाल। महाराज कहंदे संत जीवै प्रभ ओट तुम्हारी, दुनिया मरण हाके हो के मरू मरू करदियां मर गए लुटे गए उत्थे रोंदी पई है। ते जिहड़े संत ने संत ताई की अवस्था विच वाहिगुरू दे प्यारे ने, महाराज कहंदे वो वाहिगुरू दे ओट आसरे विच आनंदमई जीवन बतीत करते। नहीं तो की हो रहा है? व्यापत हरक सोग विस्तार, व्यापत सुरग नरक अवतार। कोई हस रहा है, कोई रो रहा है, कोई खुशी विच कोई गमी दे विच। यही विस्तार महाराज कहंदे मैं इस संसार के लोगों के जीवन विच देख रहा। इहो ही माया का पसारा है, यही माया व्यापनी है। कोई सुरग की इच्छा करी जाता, कोई नरकां तो डरी जाता है। पर महाराज कहते अपने ही कर्मां करके कोई नरकमई जिंदगी जियो रहा है, कोई सुरग वाली लालच की बिरती विच जिउंदा है। इहदे च महाराज कहते जम्मी जाते हैं मरी जाते हैं, बार बार आवा गौण बनिया। व्यापत धन निर्धन पेख शोभा,
ਕਦੀ ਧਨ ਦੀਆਂ ਇੱਛਾਵਾਂ ਲੈ ਕੇ ਧਨ ਪ੍ਰਾਪਤ ਕਰਕੇ ਫਿਰ ਦੁਨੀਆ 'ਤੇ ਆਪਣਾ ਹੰਕਾਰ ਜਤਾਉਂਦਾ ਹੈ, ਦੇਖੋ ਮੇਰੇ ਕੋਲ ਇਹ, ਮੇਰੇ ਇਹ। ਮਹਾਰਾਜ ਕਹਿੰਦੇ ਫਿਰ ਇੱਕ ਪਾਸੇ ਇਹ ਮੈਂ ਦੀ ਬਿਰਤੀ, ਅਤੇ ਜਦੋਂ ਕੁਛ ਖੁੱਸ ਜਾਂਦਾ ਹੈ ਫਿਰ ਰੋਣ ਧੋਣ ਦੀ ਬਿਰਤੀ। ਮਹਾਰਾਜ ਕਹਿੰਦੇ ਜਬ ਕਿਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਇਹ ਸਾਹਿਬ ਜੀ ਕਹਿੰਦੇ ਇਹ ਹਰਕ ਸੋਗ ਦਾ ਅਤੇ ਇਸ ਤਰ੍ਹਾਂ ਦੀ ਇਹ ਬਾਰ ਦੀ ਭਟਕਣਾ ਵਾਲੀ ਜ਼ਿੰਦਗੀ ਦਾ, ਅਤੇ ਫਿਰ ਨਾਲ ਮਿਲ ਜਾਵੇ ਮੈਨੂੰ ਕੁਛ ਅਤੇ ਫਿਰ ਦੁਨੀਆ ਮੇਰੀ ਵਾਹ ਕਰੇ, ਇਹਨੂੰ ਦੇਖ ਕੇ ਫਿਰ ਮੈਂ ਪ੍ਰਸੰਨ ਹੋਵਾਂ। ਮਹਾਰਾਜ ਕਹਿੰਦੇ ਇਹ ਬਿਰਤੀ ਹੈ ਮਾਇਆਵੀ ਬਿਰਤੀ, ਇਹਦੇ ਵਿੱਚ ਉਹਨੂੰ ਕਦੀ ਰੱਬ ਨਹੀਂ ਚੇਤੇ ਆਉਂਦਾ, ਸ਼ੁਕਰਾਨਾ ਨਹੀਂ ਚੇਤੇ ਆਉਂਦਾ। ਜੇ ਕਿਤੇ ਸਤਸੰਗ ਵੀ ਕਰਾਉਣਾ ਹੈ ਘਰ ਦੇ ਵਿੱਚ, ਜੇ ਘਰ ਦੇ ਵਿੱਚ ਕੋਈ ਸਮਾਗਮ ਵੀ ਰਖਾਉਣਾ ਹੈ, ਅਖੰਡ ਪਾਠ ਵੀ ਰਖਾਉਣਾ ਹੈ, ਅਤੇ ਇਸੇ ਗੱਲ ਦਾ ਹੀ ਫਿਕਰ ਕੌਣ ਆਇਆ ਕੌਣ ਨਹੀਂ ਆਇਆ, ਕਿਸ ਤਰ੍ਹਾਂ ਇਹਨਾਂ ਨੂੰ ਖੁਸ਼ ਕਰਨਾ ਹੈ, ਵਾਹਿਗੁਰੂ ਜੀ ਸਤਿਗੁਰੂ ਜੀ ਖੁਸ਼ ਹੋਏ ਕਿ ਨਹੀਂ ਹੋਏ, ਇਸ ਪਾਸੇ ਵੱਲ ਨਹੀਂ ਧਿਆਨ। ਮਹਾਰਾਜ ਕਹਿੰਦੇ ਦੁਨੀਆ ਦੀ ਸ਼ੋਭਾ ਦੀ ਪਰਵਾਹ, ਬਸ ਇੱਥੇ ਹੀ ਮੂਲ ਬਿਆਦੀ ਵਿਆਪਸ ਲੋਭਾ। ਦੁਨੀਆ ਦੇ ਇਸ ਲੋਭ ਲਾਲਚ ਵਿੱਚ ਗਰਸਿਆ ਹੋਇਆ ਮੂਲ ਬਿਆਦੀ ਭਾਵ ਦੁਨੀਆ ਦੇ ਝਗੜੇ ਕਲੇਸ਼ ਰੋਗਾਂ ਦਾ ਸ਼ਿਕਾਰ ਕਰਨ ਵਾਲੀ ਇਹ ਤ੍ਰਿਸ਼ਨਾਲੂ ਬਿਰਤੀ, ਇਹਦਾ ਸ਼ਿਕਾਰ ਹੋਇਆ ਇਸ ਮਾਇਆਵੀ ਬਿਰਤੀ ਵਿੱਚ ਰੋਂਦਾ ਧੋਂਦਾ ਜੀਵਨ ਬਤੀਤ ਕਰਦਾ ਪਿਆ ਸੰਸਾਰ। ਮਾਇਆ ਵਿਆਪਤ ਬਹੁ ਪ੍ਰਕਾਰੀ, ਮਹਾਰਾਜ ਕਹਿੰਦੇ ਇੱਦਾਂ ਕਈ ਤਰੀਕਿਆਂ ਨਾਲ ਇਹ ਮਾਇਆ ਸੰਸਾਰ ਨੂੰ ਵਿਆਪ ਰਹੀ ਹੈ। ਸੰਤ ਜੀ ਮੈਂ ਪ੍ਰਭ ਓਟ ਤੁਮਾਰੀ, ਵਾਹਿਗੁਰੂ ਜੀ ਬਹੁਤ ਸਾਰੇ ਖੁਸ਼ਕਿਸਮਤ ਐਸੇ ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੇ ਸ਼ਬਦ ਰਾਹੀਂ ਤੁਹਾਡੇ ਨਾਮ ਸਿਮਰਨ ਅਤੇ ਤੁਹਾਡੇ ਓਟ ਆਸਰੇ ਵਿੱਚ ਸ਼ੁਕਰ ਕਰਦਿਆਂ ਹੋਇਆਂ ਜਿਉਂਦੇ, ਉਹਨਾਂ ਦਾ ਜਿਉਣਾ ਹੀ ਪ੍ਰਵਾਨ, ਕਿਉਂਕਿ ਉਹਨਾਂ ਕੋਲ ਆਨੰਦ ਹੈ, ਮਾਇਆਵੀ ਬਿਰਤੀ ਤੋਂ ਛੁਟਕਾਰਾ ਹੈ। ਵਿਆਪਤ ਅਹੰ ਬੁੱਧ ਕਾ ਮਾਤਾ, ਵਿਆਪਤ ਪੁੱਤਰ ਕਲਤਰ ਸੰਗ ਰਾਤਾ। ਇਹ ਵਿਆਪਦੀ ਹੈ ਮਾਇਆ, ਕਦੋਂ ਵਿਆਪਦੀ ਹੈ? ਮਹਾਰਾਜ ਕਹਿੰਦੇ ਜਦੋਂ ਅਹੰ ਬੁੱਧ ਕਾ ਮਾਤਾ, ਜਦੋਂ ਹੰਕਾਰ ਭਰੀ ਬਿਰਤੀ ਦੇ ਵਿੱਚ ਮਦ ਮਸਤ ਹੋ ਕੇ ਉੱਚੇ ਬੋਲਦਾ, ਕਿਸੇ ਨੂੰ ਪਛਾੜਨ ਵਾਸਤੇ, ਕਿਸੇ ਨੂੰ ਨੀਵਾਂ ਦਿਖਾਉਣ ਵਾਸਤੇ, ਕਿਸੇ ਦੇ ਸੁੱਖਾਂ ਨੂੰ ਖੋਹ ਕੇ ਆਪਣੀ ਮਲਕੀਅਤ ਬਣਾਉਣ ਵਾਸਤੇ, ਕਬਜ਼ੇ ਵਿੱਚ ਲੈਣ ਵਾਸਤੇ ਜਦੋਂ ਵਿਚਰਦਾ ਹੈ ਨਾ, ਧੋਖਾ ਫਰੇਬ ਕਰਦਾ, ਇਹ ਮਾਇਆਵੀ ਬਿਰਤੀ ਦਾ ਅਸਰ ਹੈ। ਵਿਆਪਤ ਪੁੱਤਰ ਕਲਤਰ ਸੰਗ ਰਾਤਾ, ਧੀਆਂ ਪੁੱਤਰਾਂ ਰਿਸ਼ਤੇਦਾਰਾਂ ਦੀ ਵਾਹ ਖੁਸ਼ਨੂਦੀ ਵਿੱਚ ਹੀ ਸਮਝ ਲਈਏ ਇਸ ਗੱਲ ਨੂੰ। ਧੀਆਂ ਪੁੱਤਰ ਮਹਾਰਾਜ ਕਹਿੰਦੇ ਮਾੜੇ ਨਹੀਂ ਹੁੰਦੇ, ਪਰਿਵਾਰ ਗਲਤ ਨਹੀਂ ਹੁੰਦਾ, ਰਿਸ਼ਤੇਦਾਰ ਭਾਈ ਬੰਦ, ਇਹਨਾਂ ਨਾਲ ਮੇਲ ਜੋਲ ਸੰਬੰਧ ਸੰਪਰਕ ਮਾੜਾ ਨਹੀਂ ਹੈ, ਮਾੜਾ ਹੈ ਸਾਡਾ ਇਹਨਾਂ ਨਾਲ ਬੇਸੰਜਮਾ ਅਗਿਆਨਤਾ ਭਰਿਆ ਬਣਾਇਆ ਹੋਇਆ ਰਿਸ਼ਤਾ, ਜਿੱਥੇ ਸਾਨੂੰ ਰੱਬ ਭੁੱਲ ਜਾਏ। ਇਹਨਾਂ ਦੇ ਮੋਹ ਵਿੱਚ ਹੀ ਦਿਨੇ ਰਾਤ ਭੱਜਦੇ ਹਾਂ, ਪਾਪ ਕਰਦੇ ਹਾਂ, ਕੁਕ੍ਰਿਤ ਕਰਦੇ ਹਾਂ ਜਦੋਂ ਅਸੀਂ ਵਿਚਰਦੇ ਹਾਂ, ਅਤੇ ਫਿਰ ਇਹਨਾਂ ਕੋਲੋਂ ਆਸ ਰੱਖਦੇ ਹਾਂ ਕਿ ਅਸੀਂ ਇਹਨਾਂ ਵਾਸਤੇ ਇੰਨਾ ਕੁਝ ਕੀਤਾ, ਹੁਣ ਇਹ ਸਾਡੇ ਵਾਸਤੇ ਇੰਨਾ ਕੁਝ ਕਰਨ। ਬਸ ਮਹਾਰਾਜ ਕਹਿੰਦੇ ਇਹ ਮਾਇਆਵੀ ਬਿਰਤੀ, ਜਦੋਂ ਇੱਕ ਦੂਜੇ ਦੇ ਨਾਲ ਗਰਜ਼ਾਂ ਵਾਲਾ ਰਿਸ਼ਤਾ ਬਣਾ ਕੇ ਵਿਚਰਦੇ ਹਾਂ, ਇਹੋ ਹੀ ਮਾਇਆ ਧਾਰੀ ਦਾ ਮਹਾਰਾਜ ਕਹਿੰਦੇ ਲੱਛਣ ਹੈ। ਵਿਆਪਤ ਹਸਤ ਘੋੜੇ ਅਰ ਬਸਤਾ, ਦੁਨੀਆ ਦੇ ਧਨ ਪਦਾਰਥ, ਹਾਥੀ ਘੋੜੇ, ਸੋਹਣੇ ਸੋਹਣੇ ਮਹਿਲ ਮਾੜੀਆਂ ਮਿਲ ਜਾਣ ਮੈਨੂੰ, ਇਹਦੇ ਲਈ ਭਾਵੇਂ ਮੈਨੂੰ ਕੁਛ ਵੀ ਕਰਨਾ ਪਵੇ, ਮਹਾਰਾਜ ਕਹਿੰਦੇ ਇਹ ਮਾਇਆਵੀ ਬਿਰਤੀ। ਫਿਰ ਇੱਥੇ ਮੈਂ ਬੇਨਤੀ ਕਰਾਂ, ਚੰਗੀਆਂ ਵਸਤੂਆਂ ਮਹਿਲ ਮਾੜੀਆਂ ਪ੍ਰਾਪਤ ਕਰ ਲੈਣੀਆਂ, ਇਹ ਮਹਾਰਾਜ ਨੇ ਇਨਕਾਰ ਨਹੀਂ ਕੀਤਾ, ਨਕਾਰਿਆ ਨੇ, ਸਾਨੂੰ ਮਨਾ ਨਹੀਂ ਕੀਤਾ। ਮਹਾਰਾਜ ਕਹਿੰਦੇ ਇਹ ਸਭ ਕੁਝ ਪ੍ਰਾਪਤ ਕਰੋ, ਸੁਕ੍ਰਿਤ ਕਰਦਿਆਂ ਫਿਰ ਨਾਲ ਸ਼ੁਕਰ ਕਰੋ ਦੇਣ ਵਾਲੇ ਦਾ। ਵਿਆਪਤ ਭੂਮ ਰੰਕ ਅਰ ਰੰਗਾ, ਮਹਾਰਾਜ ਕਹਿੰਦੇ ਇਹ ਵਿਆਪ ਜਾਂਦੀ ਹੈ ਭੂਮੀ ਪਤੀਆਂ ਨੂੰ ਵੀ, ਗਰੀਬਾਂ ਕਹਾਉਣ ਵਾਲਿਆਂ ਨੂੰ ਵੀ ਵਿਆਪ ਜਾਂਦੀ, ਜਦੋਂ ਰੋਂਦੇ ਧੋਂਦੇ ਹੌਕੇ ਭਰਦੇ ਇਸ ਸੰਸਾਰ ਦੇ ਵਿੱਚ। ਵਿਆਪਤ ਗੀਤ ਨਾਦ ਸੁਣ ਸੰਗਾ, ਪੈ ਗਏ ਹਾਂ ਅਸੀਂ ਇਸ ਚੱਕਰਾਂ ਦੇ ਵਿੱਚ, ਸਤਸੰਗ ਦੀ ਬਜਾਏ ਆਪਣੇ ਜੀਵਨ ਦੇ ਜੰਮਣ ਮਰਨੇ ਪਰਨੇ ਵਿਆਹ ਸ਼ਾਦੀਆਂ ਸਭ ਜੋੜ ਲਏ ਦੁਨੀਆ ਦੇ ਚੰਚਲ ਬਿਰਤੀ ਵਾਲੇ ਗੀਤਾਂ ਦੇ ਵਿੱਚ। ਭਾਈ ਸਾਹਿਬ ਰੋਜ਼ ਕਹਿੰਦੇ ਆ ਗੁਰੂ ਨਾਲ ਜੁੜਿਆ ਕਰੋ, ਗੁਰੂ ਦੀ ਮੱਤ ਵਿੱਚ ਜੁੜਿਆ ਕਰੋ, ਪਰ ਨਹੀਂ, ਅਸੀਂ ਫਿਰ ਉਸੇ ਤਰ੍ਹਾਂ ਦੇ ਦਿਖਾਵੇ ਆਪਣੀਆਂ ਅਮੀਰੀਆਂ ਦੇ ਤੇ ਜੁੜ ਗਏ ਉਹਨਾਂ ਦੇ ਨਾਲ। ਲੋਕਾਂ ਨੂੰ ਜਦੋਂ ਭਾਈ ਸਾਹਿਬ ਕਿਤੇ ਕਹਿਣ ਭਾਈ ਇਹ ਨਾ ਕਰਿਆ ਕਰੋ ਚੰਚਲਤਾ ਵਾਲੇ ਰੰਗ ਤਮਾਇਆ, ਕੋਈ ਜੀ ਕਰੀਏ ਜੀ ਕਿ ਵਿਆਹ ਕੋਈ ਰੋਜ਼ ਰੋਜ਼ ਥੋੜ੍ਹਾ ਹੋਣਾ, ਮੁੰਡਾ ਕੋਈ ਰੋਜ਼ ਰੋਜ਼ ਥੋੜ੍ਹਾ ਜੰਮਣਾ ਹੈ, ਇਹ ਰੋਜ਼ ਰੋਜ਼ ਥੋੜ੍ਹਾ ਆਉਣਾ ਹੈ, ਕਰ ਲੈਣ ਦਿਓ ਬਸ। ਮਹਾਰਾਜ ਕਹਿੰਦੇ ਇਹੋ ਹੀ ਤੁਹਾਡੀ ਮਾਇਆਵੀ ਬਿਰਤੀ ਦਾ
ਪ੍ਰਗਟਾਵਾ ਹੈ ਜਦੋਂ ਤੁਹਾਨੂੰ ਗੁਰੂ ਦਾ ਸ਼ੁਕਰਾਨਾ ਭੁੱਲ ਜਾਂਦਾ ਹੈ, ਦੁਨੀਆ ਦੀ ਪ੍ਰਵਾਹ ਰਹਿ ਜਾਂਦੀ ਹੈ। ਪੰਜ ਦੂਤ ਵਿਆਪਤ ਅੰਧਿਆਰ, ਇਸ ਅਗਿਆਨਤਾ ਦੇ ਹਨੇਰੇ ਵਿੱਚ ਜਦੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੁਹਾਡੇ ਉੱਤੇ ਪ੍ਰਭਾਵ ਪਾਉਂਦਾ ਹੈ, ਗੁਰੂ ਦਾ ਸ਼ਬਦ ਜਿਹੜਾ ਹੈ ਉਹ ਪਿੱਛੇ ਰਹਿ ਜਾਂਦਾ ਹੈ, ਗੁਰੂ ਦਾ ਗਿਆਨ ਪਿੱਛੇ ਰਹਿ ਜਾਂਦਾ ਹੈ। ਇਹ ਮਾਇਆਵੀ ਬਿਰਤੀ ਵਿਆਪਤ ਕਰਮ ਕਰੈ ਹਉ ਫਾਸਾ, ਹਉ ਦੇ ਵਿੱਚ ਫਸ ਕੇ ਜਦੋਂ ਮਹਾਰਾਜ ਕਹਿੰਦੇ ਤੁਸੀਂ ਕਰਮ ਕਰਦੇ ਹੋ, ਇਹ ਮਾਇਆਵੀ ਬਿਰਤੀ ਹੈ, ਵਿਆਪਤ ਗ੍ਰਸਤ ਵਿਆਪਤ ਉਦਾਸਾ। ਤੇ ਇਹ ਮੈਂ ਮੇਰੀ ਵਾਲੀ ਬਿਰਤੀ ਵਿੱਚ ਹੀ ਭਾਵੇਂ ਕੋਈ ਆਪਣੇ ਆਪ ਨੂੰ ਉਦਾਸੀ ਤਿਆਗੀ ਕਹਾਵੇ ਕਿ ਮੈਂ ਤੇ ਛੱਡਤਾ ਜੀ ਸੰਸਾਰ, ਮੈਨੂੰ ਨਹੀਂ ਹੁਣ ਇਸ ਸੰਸਾਰ ਤੇ ਦੁੱਖਾਂ ਦਾ ਘਰ ਹੈ। ਮਹਾਰਾਜ ਕਹਿੰਦੇ ਇਹ ਜਿਹੜੀ ਤੁਹਾਡੇ ਅੰਦਰ ਹੰਕਾਰ ਦੀ ਫੇਰ ਬਿਰਤੀ, ਮੇਰੇ ਵਰਗਾ ਤਿਆਗੀ ਕੌਣ? ਇਹ ਵੀ ਮਹਾਰਾਜ ਕਹਿੰਦੇ ਮਾਇਆਵੀ ਬਿਰਤੀ। ਆਚਾਰ ਵਿਵਹਾਰ ਵਿਆਪਤ ਇਹ ਜਾਤ, ਜਿਹੜਾ ਇਸ ਹੰਕਾਰੀ ਬਿਰਤੀ ਅਧੀਨ ਆਚਾਰ ਵਿਵਹਾਰ ਹੈ ਤੇ ਫਿਰ ਆ ਜ਼ਾਤਾਂ ਦਾ ਹੰਕਾਰ ਸਭ ਮਹਾਰਾਜ ਕਹਿੰਦੇ ਇਹ ਮਾਇਆਵੀ ਬਿਰਤੀ ਦੇ ਲੱਛਣ ਨੇ। ਸਭ ਕੁਛ ਵਿਆਪਤ ਬਿਨ ਹਰ ਰੰਗ ਰਾਤ, ਜਿੱਥੇ ਵੀ ਮਹਾਰਾਜ ਕਹਿੰਦੇ ਯਾਦ ਰੱਖਿਓ ਵਾਹਿਗੁਰੂ ਜੀ ਦੇ ਪਿਆਰ ਦਾ ਰੰਗ ਨਹੀਂ ਹੈ ਬਿਰਤੀ ਦੇ ਅੰਦਰ, ਸੁਰਤੀ ਅੰਦਰ। ਇੱਥੇ ਫਿਰ ਮਾਇਆ ਨੇ ਆਪਣਾ ਪ੍ਰਭਾਵ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਪਾਉਣਾ ਹੈ। ਸੰਤਨ ਕੇ ਬੰਧਨ ਕਾਟੇ ਹਰ ਰਾਏ, ਤਾਕੋ ਕਹਾਂ ਵਿਆਪੈ ਮਾਏ। ਨਤੀਜਾ ਸੁਣਾਉਂਦੇ ਹੈ ਜਦੋਂ ਗੁਰੂ ਨਾਲ ਜੁੜਦੇ ਹੋ, ਗੁਰੂ ਦੀ ਬਿਰਤੀ, ਗੁਰੂ ਦਾ ਸ਼ਬਦ ਜਦੋਂ ਆਪਣੀ ਬਿਰਤੀ ਵਿੱਚ ਧਾਰਨ ਕਰਦੇ ਹੋ, ਮਹਾਰਾਜ ਕਹਿੰਦੇ ਉੱਥੇ ਇਹ ਮਾਇਆ ਨਹੀਂ ਵਿਆਪ ਸਕਦੀ। ਉੱਥੇ ਮਾਇਆਵੀ ਬੰਧਨ ਸਤਿਗੁਰੂ ਕੱਟ ਦਿੰਦੇ ਆਪਣੇ ਸ਼ਬਦ ਸਦਕਾ। ਕਹੋ ਨਾਨਕ ਜਿਨ ਧੂਰ ਸੰਤ ਪਾਈ, ਤਾਂ ਕੈ ਨਿਕਟ ਨਾ ਆਵੈ ਮਾਈ। ਜਿਹੜੇ ਵੀ ਮਹਾਰਾਜ ਕਹਿੰਦੇ ਗੁਰੂ ਦੇ ਪਿਆਰਿਆਂ ਦੇ ਨਾਲ ਬੈਠ ਕੇ, ਨਾਮ ਰਸੀਆਂ ਦੇ ਨਾਲ ਬੈਠ ਕੇ ਨਿਮਰਤਾ ਵਾਲਾ ਰਿਸ਼ਤਾ ਉਹਨਾਂ ਨਾਲ ਬਣਾਉਂਦੇ ਹੈ, ਉਹਨਾਂ ਦੇ ਅੰਦਰ ਦੀ ਇਸ ਮਾਇਆਵੀ ਬੰਧਨਾਂ ਵਾਲੀ ਮੱਤ ਨੂੰ, ਮਨੋ ਅਵਸਥਾ ਨੂੰ ਗੁਰੂ ਸਾਹਿਬ ਦੂਰ ਕਰ ਦਿੰਦੇ ਹੈ। ਉਹਨਾਂ ਨੂੰ ਫਿਰ ਹਰਖ ਸੋਗ, ਇਹ ਚਿੰਤਾ ਫਿਕਰ ਡਰ ਸਹਿਮ ਇਹਦੇ ਵਿੱਚ ਨਹੀਂ, ਬਲਕਿ ਵਾਹਿਗੁਰੂ ਜੀ ਦੇ ਸ਼ੁਕਰ ਵਿੱਚ ਜਿਉਣਾ ਆ ਜਾਂਦਾ ਹੈ। ਉੱਥੇ ਹੀ ਆਨੰਦ ਹੈ, ਉੱਥੇ ਹੀ ਸੁੱਖ ਹੈ। ਪਾਤਸ਼ਾਹ ਜੀ ਦੇ ਚਰਨਾਂ 'ਚ ਬੇਨਤੀ ਕਰੀਏ, ਮਹਾਰਾਜ ਜੇ ਇਹ ਸ਼ਬਦ ਰੂਪੀ ਗਿਆਨ ਸਾਨੂੰ ਬਖਸ਼ਿਸ਼ ਕੀਤਾ, ਫਿਰ ਇਸ ਨੂੰ ਕਮਾਉਣ ਦਾ ਵੀ ਸਾਨੂੰ ਉਮਾ ਉਤਸ਼ਾਹ ਸਮਰੱਥਾ ਬਖਸ਼ਿਸ਼ ਕਰੋ। ਗੁਰੂ ਦੇ ਪਿਆਰਿਆਂ ਦੀ ਸੰਗਤ ਕਰਦਿਆਂ ਉਹਨਾਂ ਨਾਮ ਰਸੀਆਂ ਵਰਗਾ ਤੁਹਾਡਾ ਸ਼ੁਕਰ ਕਰਨ ਦਾ, ਤੁਹਾਡੀ ਪਿਆਰ ਯਾਦ ਵਿੱਚ ਵਿਚਰਨ ਦਾ ਸਾਨੂੰ ਚਾਓ ਬਖਸ਼ ਦਿਓ। ਇਹਨੇ ਸ਼ਬਦ ਪ੍ਰਵਾਨ ਕਰਨੇ, ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।